ਲੁਧਿਆਣਾ ਖਬਰਨਾਮਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਗਗਨ ਬੇਦੀ ਤੇ ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਦੇ ਉੱਤੇ। ਲੁਧਿਆਣਾ ਪੁਲਿਸ ਕਮਿਸ਼ਨਰ ਨਾਲ ਮਿਲਿਆ ਅਕਾਲੀ ਦਲ ਦਾ ਵਫਦ। ਵਿਧਾਇਕ ਬੈਂਸ ਦੀ ਗ੍ਰਿਫਤਾਰੀ ਦਾ ਚੁੱਕਿਆ ਮਾਮਲਾ। ਦਿਲਰੋਜ਼ ਕਾਂਡ 'ਚ ਚਲਾਨ ਪੇਸ਼ ਕਰਨ ਦੀ ਵੀ ਕੀਤੀ ਮੰਗ। किसानों वालों डीसी दफ्तरां दा घिराओ जारी। 20 ਤੋਂ 24 ਦਸੰਬਰ तक धरने लाउण दा कीता ऐलान। सूबा कमेटी दे ऐलान ते हो सकती है कार्रवाई। सड़क हादसे च दो सके भरावां दी मौत। माछीवाड़ा ते कोहाड़ा रोड ते वापरिया हादसा। स्कूली वैन दी मोटरसाइकिल नाल होई जबरदस्त टक्कर। ਕੰਮ ਤੋਂ ਵਾਪਸ ਆ ਰਹੇ ਸੀ ਦੋਵੇਂ ਭਰਾ। ਲੁਧਿਆਣਾ ਸੈਂਟਰਲ ਜੇਲ੍ਹ ਦੇ ਕੈਦੀਆਂ ਨੂੰ ਮਿਲੀ ਸੌਗਾਤ। ਜੇਲ੍ਹ ਅੰਦਰ ਰੇਡੀਓ ਸਟੇਸ਼ਨ ਦਾ ਕੀਤਾ ਗਿਆ ਉਦਘਾਟਨ। ਮੌਕੇ ਤੇ ਖਾਸ ਤੌਰ ਤੇ ਪਹੁੰਚੇ ਏਡੀਜੀਪੀ ਜੇਲ੍ਹ ਪੀਕੇ ਸਿਨਹਾ। ਕਿਹਾ ਕੈਦੀਆਂ ਵੱਲੋਂ ਹੀ ਚਲਾਇਆ ਜਾਵੇਗਾ ਇਹ ਰੇਡੀਓ ਸਟੇਸ਼ਨ। ਰਾਏਕੋਟ ਵਿਖੇ 5ਵੀਂ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦਾ ਆਯੋਜਨ। ਇੱਕ ਨੌਜਵਾਨ ਨੇ ਨਸ਼ੇ ਨੂੰ ਹਮੇਸ਼ਾ ਲਈ ਛੱਡ ਕੇ ਚੈਂਪੀਅਨਸ਼ਿਪ 'ਚ ਲਿਆ ਭਾਗ। ਜੇਤੂਆਂ ਨੂੰ 5 ਲੱਖ ਦੀ ਇਨਾਮੀ ਰਾਸ਼ੀ ਨਾਲ ਕੀਤਾ ਗਿਆ ਸਨਮਾਨਿਤ। ਤੇ ਪੀਰ ਬਾਬਾ ਗੁਲਚਮਨ ਸ਼ਾਹ ਸਰਕਾਰ ਸਾਲਾਨਾ ਮੇਲੇ ਦਾ ਆਯੋਜਨ। ਇਕਬਾਲਗੰਜ ਚੌਂਕ 'ਚ ਮੇਲੇ ਦਾ ਇੰਤਜ਼ਾਮ। ਵੱਡੀ ਗਿਣਤੀ 'ਚ ਪਹੁੰਚੇ ਸ਼ਰਧਾਲੂ। ਦੇਸ਼ ਭਰ 'ਚੋਂ ਗਾਇਕਾਂ ਤੇ ਕਵਾਲਾਂ ਨੇ ਵੀ ਲਵਾਈ ਹਾਜ਼ਰੀ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਦਾ ਵਫਦ ਅੱਜ ਵਿਸ਼ੇਸ਼ ਤੌਰ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਮਿਲਿਆ, ਜਿੱਥੇ ਉਹਨਾਂ ਵਿਧਾਇਕ ਬੈਂਸ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਵੀ ਮਾਮਲਾ ਚੁੱਕਿਆ ਤੇ ਨਾਲ ਹੀ ਦਿਲਰੋਜ਼ ਕਤਲ ਮਾਮਲੇ ਦੇ ਵਿੱਚ ਚਲਾਨ ਪੇਸ਼ ਕਰਨ ਸੰਬੰਧੀ ਵੀ ਗੱਲਬਾਤ ਕੀਤੀ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਲੁਧਿਆਣਾ ਪੱਛਮੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਬੱਚੀ ਦਿਲਰੋਜ਼ ਕਤਲ ਮਾਮਲੇ 'ਚ ਚਲਾਨ ਪੇਸ਼ ਕਰਨ ਅਤੇ ਵਿਧਾਇਕ ਬੈਂਸ ਦੀ ਗ੍ਰਿਫਤਾਰੀ ਸੰਬੰਧੀ ਪੁਲਿਸ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹਨਾਂ ਦੋਹਾਂ ਮਾਮਲਿਆਂ ਦੇ ਵਿੱਚ ਕਾਫੀ ਢਿੱਲ ਵਰਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬੈਂਸ ਤੇ ਰੇਪ ਦਾ ਮਾਮਲਾ ਦਰਜ ਹੋਇਆ ਪਰ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਸਿੱਧੇ ਤੌਰ ਤੇ ਉਹਨਾਂ ਮੌਜੂਦਾ ਸਰਕਾਰ ਨੂੰ ਵੀ ਇਸ ਮੌਕੇ ਘੇਰਿਆ। ਇਸ ਮੌਕੇ ਆਤਮਨਗਰ ਤੋਂ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਹਰੀਸ਼ ਰਾਏ ਢਾਂਡਾ ਵੀ ਮੌਜੂਦ ਰਹੇ। ਹਿੰਦੁਸਤਾਨ ਦਾ ਸੁਪਰੀਮ ਕੋਰਟ ਦੇ ਆਰਡਰ ਛਿੱਕੇ ਟਾਂਕੇ जो दुर्गत इस केस की है, एक विक्टिम औरत की जिहड़ी जबर जनाह की विक्टिम है, 6 महीने के बाद उहदा केस रजिस्टर हुंदा है अदालत के हुक्मां नाल। 4 महीने बाद अदालत के हुक्मां नाल चलान जांदा है तो उहदे बाद पहला बेलेबल वारंट, फिर नॉन बेलेबल वारंट कमिश्नर साहब के थ्रू, उहदी पालना नहीं, फिर नॉन बेलेबल वारंट कमिश्नर साहब नूं हदायत दे के जीओ की ड्यूटी लाओ, एक DSP की ड्यूटी लग गई, फिर नहीं, तीजी बार इन्हों आखिरी मौका दे के दिता जाता है। तुसी आप जानते हो पुलिस की प्रोटैक्शन उन्होंने निरंतर है। चर्चा का विषय ने एक तो बच्ची का जी 3 साल की दबा के मारे गया सीगा, ਉਹਦਾ ਚਲਾਨ नहीं सी पेश हो रहा तो ਉਹ ਤਾਂ जब हरीश जी ने कमिश्नर साहब के नोटिस लिया तो कमिश्नर साहब ने दस्या कि वो चलान असी अज पेश करता है। दूसरी इशू ये सी कि ਜਿਹੜਾ सिमरजीत सिंह बैंस है, कोर्ट ने ਉਹਦੇ उल्ट बड़ा सख्त ऑर्डर पास किया तो कमिश्नर साहब ने हदायत की कि तुसीं ਉਹਦੇ तमील कराउणी है नॉन बेलेबल वारंट्स की। दुखांत ये है कि अज ਉਹਨਾਂ ਦੇ ਪਿੱਛੇ ਰੇਪ ਦੇ ਕੇਸ ਵਿੱਚ ਮੁਲਜ਼ਮ ਦੀ ਸਰਕਾਰ ਇੰਨੀ ਮਦਦ ਕਰਨ ਲਈ ਜੁਟੀ ਹੋਈ ਹੈ ਕਿ ਨਾ ਉਹ ਅਦਾਲਤ ਦੀ ਨਾ ਉਹ ਕਾਨੂੰਨ ਦੀ ਕੋਈ ਪਰਵਾਹ ਕਰਨ ਨੂੰ ਤਿਆਰ ਨਹੀਂ। ਕਮਿਸ਼ਨਰ ਸਾਹਿਬ ਨੇ ਸੁਣ ਲਿਆ ਜ਼ਰੂਰ, ਪਰ ਉਹਨਾਂ ਦੇ ਰਿਸਪੌਂਸ ਤੋਂ ਇਹ ਮਹਿਸੂਸ ਹੋ ਰਿਹਾ ਕਿ ਜਿਵੇਂ ਉਹਨਾਂ 'ਤੇ ਬਹੁਤ ਅਕਿਊਟ ਪ੍ਰੈਸ਼ਰ ਹੈ ਕਿ ਇਹਦੇ ਵਿੱਚ ਕਾਰਵਾਈ ਉਹਨਾਂ ਨੂੰ ਕਰਨੀ ਔਖੀ ਲੱਗਦੀ ਹੈ। ਸੋ ਇਦੋਂ ਵੱਡਾ ਦੁਖਾਂਤ ਕਿਸੇ ਇੱਕ ਲੋਕ ਰਾਜ ਦਾ ਕੀ ਹੋ ਸਕਦਾ ਹੈ, ਜਿੱਥੇ ਇੱਕ ਬੇਵਾ ਔਰਤ ਨਾਲ ਜਬਰ ਜਨਾਹ ਹੋਇਆ ਹੋਵੇ, ਉਹ
ਇੰਨੇ ਮਹੀਨਿਆਂ ਦੀ ਵਿਚਾਰੀ ਇਕੱਲੀ ਇਸ ਲੜਾਈ ਨੂੰ ਲੜ ਰਹੀ ਹੋਵੇ ਤੇ ਇਹ ਸਰਕਾਰ ਫਿਰ ਮੁੜ ਕੇ ਆਪਣੇ ਆਪ ਨੂੰ ਬੱਚੀਆਂ ਦਾ, ਔਰਤਾਂ ਦਾ ਹਮਦਰਦ ਕਹਾਉਣ ਦੇ ਹੱਕ ਰੱਖ ਸਕਦੀ ਹੈ। ਲਾਹਨਤ ਹੈ ਸਰਕਾਰ ਤੇ, ਜਿਹੜੀ ਇੱਕ ਬੇਵਾ ਔਰਤ ਨੂੰ ਰੇਪ ਦੇ ਕੇਸ ਵਿੱਚ ਵੀ ਇਨਸਾਫ ਨਹੀਂ ਦੇ ਸਕੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਭਰ ਦੇ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਚੱਲ ਰਹੇ ਧਰਨੇ ਪ੍ਰਦਰਸ਼ਨ ਤੀਜੇ ਦਿਨ ਵੀ ਜਾਰੀ ਰਹੇ। ਕਾਬਿਲ ਜ਼ਿਕਰ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਵਾਅਦੇ ਨਾ ਪੂਰੇ ਹੋਣ ਕਾਰਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਭਰ ਦੇ ਵਿੱਚ ਐਲਾਨ ਕੀਤਾ ਗਿਆ ਸੀ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ, ਜਿਸ ਦੇ ਵਿਰੋਧ ਦੇ ਵਿੱਚ ਉਹਨਾਂ ਵੱਲੋਂ ਪਹਿਲਾਂ ਹੀ 20 ਦਸੰਬਰ ਤੋਂ 24 ਦਸੰਬਰ ਤੱਕ ਪੰਜਾਬ ਭਰ ਵਿੱਚ ਧਰਨੇ ਲਗਾਉਣ ਦਾ ਐਲਾਨ ਕੀਤਾ ਗਿਆ, ਜਿਸ ਤਹਿਤ ਲੁਧਿਆਣਾ ਵਿਖੇ ਵੀ ਧਰਨਾ ਲਗਾਤਾਰ ਜਾਰੀ ਹੈ ਅਤੇ ਜਦ ਤੱਕ ਪੰਜਾਬ ਸਰਕਾਰ ਇਹਨਾਂ ਮੰਗਾਂ ਨੂੰ ਨਹੀਂ ਮੰਨਦੀ ਉਦੋਂ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਸਾਡਾ ਜੀ ਜੋ ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵੱਲੋਂ ਜੋ ਐਲਾਨ ਕੀਤਾ ਸੀ ਕਿ 20 ਤਰੀਕ ਤੋਂ 24 ਤੱਕ ਡੀਸੀ ਦਫ਼ਤਰਾਂ ਦੇ ਘਿਰਾਓ ਕੀਤੇ ਜਾਣਗੇ, ਇਹ ਧਰਨੇ ਲਾਏ ਜਾਣਗੇ, ਕਿਉਂਕਿ ਸਰਕਾਰ ਨੇ ਜੋ ਐਲਾਨੀਆਂ ਹੋਈਆਂ ਗੱਲਾਂ ਨੇ, ਜੋ ਮੰਗਾਂ ਪ੍ਰਵਾਨ ਕੀਤੀਆਂ ਹੋਈਆਂ ਨੇ, ਅਜੇ ਤੱਕ ਲਾਗੂ ਨਹੀਂ ਕੀਤੀਆਂ, ਉਹਨਾਂ ਨੂੰ ਕਰਾਉਣ ਲਈ ਅਸੀਂ ਇਹ 4-5 ਦਿਨਾਂ ਦਾ ਇਹ ਪ੍ਰੋਗਰਾਮ ਕੀਤਾ, ਜਿਹਦਾ ਕਿ ਅੱਜ ਤੀਜਾ ਦਿਨ ਆ। ਸਾਡੇ ਡੀਸੀ ਦਫ਼ਤਰ ਬਾਹਰ ਧਰਨੇ ਲੱਗੇ ਲੁਧਿਆਣੇ, ਤੇ ਸਰਕਾਰ ਨੇ ਕੱਲ੍ਹ ਅਸੀਂ ਘਿਰਾਓ ਵੀ ਕੀਤਾ ਸੀ ਡੀਸੀ ਦਫ਼ਤਰਾਂ ਦਾ ਸ਼ਾਮ ਤੱਕ, ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਅੱਜ ਸਵੇਰੇ 9:30 ਵਜੇ ਮੀਟਿੰਗ ਕਹਿਣ ਦਾ ਕਰਕੇ ਸਰਕਾਰ ਵੱਲੋਂ ਸੁਨੇਹਾ ਆਉਣ ਤੇ ਅਸੀਂ ਇਹ ਧਰਨਾ ਚੱਕਿਆ ਸੀ ਘਿਰਾਓ ਕਰਨ ਤੋਂ। ਹੁਣ ਧਰਨੇ ਤੇ ਬੈਠੇ ਹਾਂ ਅਸੀਂ, ਤੇ ਕੱਲ੍ਹ ਦਾ ਟਾਈਮ ਸਰਕਾਰ ਨੇ ਰੱਖਿਆ ਮੀਟਿੰਗ ਦਾ, ਉਹ ਦੇਖਦੇ ਹਾਂ ਕੀ ਬਣਦਾ ਜੇ, ਕੀ ਕੱਲ੍ਹ ਨੂੰ ਉਹ 'ਚੋਂ ਗੱਲ ਨਿਕਲਦੀ ਹੈ। ਸਾਡਾ ਅੰਦੋਲਨ ਐਂ ਹੀ ਚੱਲੂਗਾ ਜਦ ਤੱਕ, ਕਿਉਂਕਿ ਸਰਕਾਰ ਨੇ ਜਿਹੜੀਆਂ ਮੰਗਾਂ ਹੁਣ ਤੱਕ ਮੰਨੀਆਂ ਹੋਈਆਂ ਉਹ ਲਾਗੂ ਨਹੀਂ ਕੀਤੀਆਂ ਹੈਗੀਆਂ। ਜਗਰਾਉਂ ਦੇ ਪਿੰਡ ਢੋਲਣ ਵਿਖੇ ਇੱਕ ਵਿਅਕਤੀ ਵੱਲੋਂ ਗੁਆਂਢੀ ਦੇ ਨਾਲ ਹੁੰਦੀ ਲੜਾਈ ਤੋਂ ਪਰੇਸ਼ਾਨ ਹੋ ਕੇ ਖੁਦ ਨੂੰ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੀੜਿਤ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਨੂੰ ਆਪਣੇ ਹੀ ਪਲਾਟ ਵਿੱਚ ਜਾਣ ਤੋਂ ਰੋਕਿਆ ਜਾਂਦਾ ਹੈ, ਜਿਸ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਤੋਂ ਤੰਗ ਆ ਕੇ ਉਕਤ ਵਿਅਕਤੀ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਸਥਾਨਕ ਲੋਕਾਂ ਵੱਲੋਂ ਪੀੜਿਤ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਮੌਕੇ ਥਾਣਾ ਸਦਰ ਦੇ SHO ਮੇਜਰ ਸਿੰਘ ਜਿੱਥੇ ਮੌਕੇ ਤੇ ਪਹੁੰਚੇ ਤੇ ਸਿਵਲ ਹਸਪਤਾਲ ਵਿਖੇ ਉਹਨਾਂ ਨੇ ਇਸ ਸੰਬੰਧੀ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ। ਇਹ ਜੀ ਸਾਨੂੰ ਜਗ੍ਹਾ ਦੇ ਵਿੱਚ ਜਦੋਂ ਅਸੀਂ ਆਪਦੀ ਜਗ੍ਹਾ ਲਈ ਹੋਈ ਆ 12 ਸੰਨ ਦੀ ਲਈ ਹੋਈ ਆ, ਤੇ ਜਦੋਂ ਵੀ ਕੋਈ ਕੰਮ ਕਰਦੇ ਆ ਸਾਨੂੰ ਗਾਲਾਂ ਕੱਢਦੇ ਆ, ਬਹੁਤ ਤੰਗ ਪਰੇਸ਼ਾਨ ਕਰਦੇ ਆ। ਇਹਨਾਂ ਨੂੰ ਜ਼ਿਆਦਾ ਗਾਲਾਂ ਕੱਢਦੇ ਆ ਗੰਦੀਆਂ ਗੰਦੀਆਂ। ਇਹਦੇ ਬਹਾਦਰ ਸਿੰਘ ਹੋਣੀ ਤੇ ਬਹਾਦਰ ਦੇ ਘਰ ਵਾਲੇ ਪਰਮਜੀਤ ਸਿੰਘ, ਉਹ ਤੁਹਾਡੇ ਗੁਆਂਢੀ ਆ? ਹਾਂਜੀ ਗੁਆਂਢੀ ਆ। ਅੱਛਾ ਜੀ। ਉਹਨਾਂ ਤੋਂ ਤੰਗ ਪਰੇਸ਼ਾਨ ਹੋ ਕੇ ਨੇ ਇਹ ਕੰਮ ਕੀਤਾ। ਮਤਲਬ ਇਹ ਫਿਰ ਕੀ ਆਪਣੇ ਆਪ ਨੂੰ ਅੱਗ ਲਾਈ ਆ? ਹਾਂਜੀ। ਤੇ ਹੁਣ ਅੱਜ ਗਾਲਾਂ ਬਹੁਤ ਜ਼ਿਆਦਾ ਕੱਢਦੇ ਸੀ, ਉੱਥੇ ਹੀ ਲੜੇ ਆ ਪਲਾਟ ਦੇ ਵਿੱਚ ਹੀ। ਮੈਨੂੰ ਤਾਂ ਮੈਂ ਆਪਦੇ ਘਰੇ ਸੀਗੀ, ਅਸੀਂ ਤਾਂ ਅੱਗ ਬੁਝਾਈ ਆ ਜਾ ਕੇ। ਅੱਛਾ ਜੀ। ਹਾਂਜੀ। ਤੇ ਹੁਣ ਕੀ ਮੰਗ ਕਰਦੇ ਹੋ ਤੁਸੀਂ ਵੀ ਹੁਣ ਉਹਨਾਂ ਦੇ ਖਿਲਾਫ? ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਪਰਚਾ ਹੋਣਾ ਚਾਹੀਦਾ। ਸਾਨੂੰ ਤੰਗ ਪਰੇਸ਼ਾਨ ਕਰਦੇ ਆ, ਝੂਠੀਆਂ ਸਾਡੇ ਤੇ ਦਰਖਾਸਤਾਂ ਦਿੰਦੇ ਆ, ਕਦੇ ਕਾਸੇ ਦੀ ਦਰਖਾਸਤ ਦੇ ਦਿੰਦੇ, ਕਦੇ ਕਾਸੇ। ਕੋਈ ਨਹੀਂ ਸਾਡਾ ਗੁਨਾਹ, ਜਿੱਥੇ ਮਰਜ਼ੀ ਸਾਬਤ ਕਰ ਦੇਣ ਵੀ ਅਸੀਂ ਗੁਨਾਹਗਾਰ ਹੋਵਾਂਗੇ, ਫਿਰ ਅਸੀਂ ਸਾਡੇ ਤੇ ਗੱਲ ਕਰਦੇ। ਇਹ ਮਲਕੀਤ ਸਿੰਘ ਨਾਂ ਦਾ ਬੰਦਾ ਉੱਥੇ ਰਹਿੰਦਾ ਢੋਲਣ ਪਿੰਡ 'ਚ, ਘਰ ਜਵਾਈ ਹੈ ਜੀ। ਇਹਦਾ ਆਪਣੇ ਗੁਆਂਢ 'ਚ ਬਾਹਰਲੇ ਘਰ ਆਪਣਾ ਪਸ਼ੂਆਂ ਵਾਲੇ ਪਲਾਟ ਦੇ ਵਿੱਚ ਦਾ ਬਹਾਦਰ ਸਿੰਘ ਨਾਲ ਰੌਲਾ ਹੈ ਜੀ। ਇਹ ਆਪਣੇ ਪਲਾਟ ਦੇ ਵਿੱਚ ਅੱਜ ਗਿਆ ਸੀ, ਉਹਨਾਂ ਨੇ ਇਹਨਾਂ ਦਾ ਰੌਲਾ ਗਾਲੀ ਗਲੋਚ ਕੀਤਾ ਉਹਨਾਂ ਨੇ, ਤੇ ਉਹਨਾਂ ਨੂੰ ਤੰਗ ਆ ਕੇ ਨਾ ਇਹਨੇ ਕੋਸ਼ਿਸ਼ ਕੀਤੀ ਅੱਗ ਲਾਉਣ ਦੀ ਜੀ, ਤੇ ਇਹਨੂੰ ਹਸਪੀਟਲ ਲੈ ਆਏ ਨੇ। ਹੁਣ ਕਾਰਵਾਈ ਕਰ ਰਹੇ ਆ, ਬਿਆਨ ਲੈਂਦੇ ਆ, ਜੋ ਹੋਇਆ ਉਹ ਐਜ ਕਾਨੂੰਨ ਕਾਰਵਾਈ ਕੀਤੀ ਜਾਵੇ। ਕੋਈ ਐਸੀ ਗੱਲ ਨਹੀਂ ਗੀ, ਬੰਦਾ ਮਤਲਬ ਸੈਂਸ ਦੇ ਵਿੱਚ ਕੋਈ ਪ੍ਰੋਬਲਮ। ਕਰਜ਼ੇ ਤੋਂ ਪਰੇਸ਼ਾਨ ਹੋ ਕੇ ਇੱਕ ਹੋਰ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ 35 ਸਾਲ ਦਾ ਜਸਵੰਤ ਸਿੰਘ ਦਾਖਾ ਦੇ ਪਿੰਡ ਭੂੰਦੜੀ ਦਾ ਵਾਸੀ ਸੀ ਅਤੇ ਇਸ ਦੇ ਸਿਰ ਤੇ ਫਾਈਨਾਂਸ ਕੰਪਨੀਆਂ ਦਾ 9 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਸਿਰਫ ਉਸ ਕੋਲ ਅੱਧਾ ਕਿੱਲਾ ਜ਼ਮੀਨ ਦਾ ਸੀ, ਜਿਸ ਕਰਕੇ ਇਸ ਕਿਸਾਨ ਦਾ ਪੂਰਾ ਖਰਚਾ ਵੀ ਇਸ ਜ਼ਮੀਨ ਤੋਂ ਨਹੀਂ ਨਿਕਲਦਾ ਸੀ, ਜਿਸ ਕਰਕੇ ਆਏ ਦਿਨ ਇਸ ਕਿਸਾਨ ਦੇ ਸਿਰ ਕਰਜ਼ਾ ਵੱਧਦਾ ਜਾ ਰਿਹਾ ਸੀ ਅਤੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਕਿ ਛੋਟਾ ਗਰੀਬ ਕਿਸਾਨ ਨੇ ਜਿਹਦਾ ਨਾਂ ਜਸਵੰਤ ਸਿੰਘ ਉਰਫ ਬੱਬੂ ਤੇ ਪੁੱਤਰ ਸਵਰਗਵਾਸੀ ਜਰਨੈਲ ਸਿੰਘ ਭੂੰਦੜੀ, ਜਿਹੜਾ ਕਿ ਬਹੁਤ ਹੀ ਕਰਜ਼ੇ ਨਾਲ ਬਿੰਨਿਆ ਹੋਇਆ ਸੀ। ਛੋਟੀ ਖੇਤੀ ਸੀ, ਠੇਕੇ 'ਤੇ ਲੈ ਕੇ ਕਰਦਾ ਸੀ। ਆੜ੍ਹਤੀਆਂ ਦਾ, ਸਰਕਾਰੀ ਜਿਹੜੀਆਂ ਮਾਈਕਰੋ ਫਾਈਨੈਂਸ ਕੰਪਨੀਆਂ ਦਾ ਬਹੁਤ ਕਰਜ਼ਾ ਚੜ੍ਹੇ, ਪਰੇਸ਼ਾਨ ਰਹਿੰਦਾ ਸੀ। ਉਹਨੇ ਪਰਸੋਂ ਪੱਖੇ ਨਾਲ ਲੜ ਕੇ ਜਿਹੜਾ ਫਾਹਾ ਲੈ ਲਿਆ, ਗਰੀਬੀ ਤੋਂ ਤੰਗ ਆ ਕੇ, ਕਰਜ਼ੇ ਤੋਂ ਤੰਗ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਸ ਪਰਿਵਾਰ ਦੀ ਜਿਹੜੀ ਹੈਗਾ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇ, ਉਹਨੂੰ ਘੱਟੋ ਘੱਟ 10 ਲੱਖ ਸਹਾਇਤਾ ਅਤੇ ਇੱਕ
ਇੱਕ ਪਰਿਵਾਰ ਦੇ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਆ ਜਿਹੜੇ ਵੋਟਾਂ ਵਾਲੇ ਮਗਰਮੱਛ ਦੇ ਹੰਝੂ ਬਹਾਉਣ ਆਉਂਦੇ ਆ, ਉਹਨਾਂ ਨੂੰ ਪੁੱਛਿਆ ਜਾਵੇ ਤੁਹਾਡੀਆਂ ਸਰਕਾਰਾਂ ਸਾਨੂੰ ਘੱਟੋ ਘੱਟ ਕਰਜ਼ਾ ਦਿਓ, ਕਿਉਂ ਕਮਾਊ ਜੀ ਕੋਈ ਨਹੀਂ ਰਿਹਾ ਹੁਣ ਘਰ ਅੰਦਰ। ਸੋ ਬੜੇ ਦੁੱਖ ਦਿਖਾਂਤ ਵਾਲੀ ਹਾਲਤ ਹੈ। ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਤੇ ਜਲਦੀ ਤੋਂ ਜਲਦੀ ਉਹਨੂੰ ਜਿਹੜਾ ਹੈਗਾ ਪਰਿਵਾਰ ਨੂੰ ਜਿਹੜੀ ਰਿਲੀਫ ਦਿੱਤੀ ਜਾਵੇ। ਤੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਮਾਛੀਵਾੜਾ ਸਾਹਿਬ ਤੋਂ, ਜਿੱਥੇ ਕੋਹਾੜਾ ਰੋਡ ਤੇ ਸਥਿਤ ਪਿੰਡ ਗੁਰੂਗੜ੍ਹ ਨੇੜੇ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿੱਚ 2 ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ ਦੇ ਮੁਤਾਬਕ ਦੋਵੇਂ ਭਰਾ ਕੋਹਾੜਾ ਰੋਡ ਤੇ ਸਥਿਤ ਸ਼ਿਵਾ ਫੈਕਟਰੀ ਦੇ ਵਿੱਚ ਕਰਮਚਾਰੀ ਸੀ ਅਤੇ ਰਾਤ ਦੀ ਡਿਊਟੀ ਕਰਨ ਉਪਰੰਤ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਹਯਾਤਪੁਰ ਵਾਪਸ ਆ ਰਹੇ ਸੀ ਤਾਂ ਇਸੇ ਦੌਰਾਨ ਇੱਕ ਪ੍ਰਾਈਵੇਟ ਸਕੂਲ ਦੀ ਵੈਨ ਦੇ ਨਾਲ ਟੱਕਰ ਹੋ ਗਈ, ਜਿਸ ਵਿੱਚ ਇੱਕ ਵਿਅਕਤੀ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੇ ਲੁਧਿਆਣਾ ਦੇ ਇੱਕ ਹਸਪਤਾਲ ਵਿਖੇ ਦਮ ਤੋੜ ਦਿੱਤਾ। ਮਾਛੀਵਾੜਾ ਪੁਲਿਸ ਵੱਲੋਂ ਦੋਹਾਂ ਭਰਾਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਅਤੇ ਸਕੂਲ ਬੱਸ ਚਾਲਕ ਦੇ ਖਿਲਾਫ ਕਾਰਵਾਈ ਆਰੰਭ ਦਿੱਤੀ ਗਈ ਹੈ। ਅਸੀਂ ਬਾਅਦ ਦੇ ਮੌਕੇ ਦੇ ਵਿੱਚ ਦੇਖਿਆ ਵੀ ਬੱਸ ਹਯਾਤਪੁਰ ਵੱਲੋਂ ਆਉਂਦੀ ਸੀ। ਇਹ ਸੇਵਾ ਫੈਕਟਰੀ ਵਿੱਚ ਛੁੱਟੀ ਕਰਕੇ 7 ਵਜੇ ਛੁੱਟੀ ਹੋਈ, 7:30 ਵਜੇ ਦਾ ਬਕੂਆ ਮਤਲਬ ਹਾਦਸਾ ਹੋਇਆ ਇਹਨਾਂ ਨਾਲ। ਇੱਕ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ, ਇੱਕ ਦੀ ਮੌਕੇ ਤੇ ਮੌਤ ਹੋਈ, ਦੂਆ ਹੀ ਨਹੀਂ CMC ਆ ਗਿਆ, CMC ਦਾਖਲ ਕਰਾ। ਜਿਹੜੇ ਦੂਜੀ ਬੱਸ ਨਾਲ ਹੋਈ ਹੈ ਜੀ ਉਹਨਾਂ ਤੇ ਕੀ ਮੰਨ ਕਾਰਵਾਈ ਹੋਈ ਜੀ? ਪੂਰੇ ਤਾਂ ਉਹਨਾਂ ਨੇ ਮਾਮਲਾ ਮੁਕੱਦਮਾ ਦਰਜ ਕਰ ਲਿਆ। ਪਿੰਡ ਟਾਂਡਾ ਗੁਰੂ ਸਿੰਘ ਜੀ ਮੇਰਾ ਰਿਸ਼ਤੇਦਾਰ, ਇਹਨਾਂ ਦੇ ਵਿਆਹ ਹੋਇਆ ਜੀ। ਕੁਲਦੀਪ ਸਿੰਘ ਪਿੰਡ ਢੋਲਵਾਲ। ਇਹਨਾਂ ਨੇ ਮੈਨੂੰ ਫੋਨ ਕੀਤਾ, ਅਸੀਂ ਫਿਰ ਆ ਕੇ ਜਦ ਦੇਖਿਆ ਬਹੁਤ ਦੁੱਖ ਲੱਗਿਆ, ਕਿਉਂਕਿ ਇਹਨਾਂ ਦਾ ਦੂਜਾ ਭਰਾ ਆ ਉਹ ਸਿੱਧਾ ਸਾਦਾ ਜਿਹੀ ਆ ਅਤੇ ਜਿਹੜੇ 2 ਭਰਾ ਸੀ ਇਹਨਾਂ ਦਾ ਮੌਕੇ 'ਤੇ ਐਕਸੀਡੈਂਟ ਹੋ ਗਿਆ। ਸੇਵਾ ਦੇ ਵਿੱਚ ਕੰਮ ਕਰਦੇ ਸੀ ਅਤੇ ਬੱਸ ਵਾਲਾ ਬੱਸ ਭਜਾ ਕੇ ਲੈ ਗਿਆ। ਐਕਸੀਡੈਂਟ ਬੱਸ ਨਾਲ ਹੋਇਆ ਜੀ ਅਤੇ ਉਹਨੇ ਸਭ ਤੋਂ ਵੱਡੀ ਗਲਤੀ ਇਹ ਹੈ ਜੀ ਵੀ ਗੱਡੀ ਭਜਾ ਕੇ ਲੈ ਗਿਆ। ਸਾਇੰਸ ਹੋ ਸਕਦਾ ਸਾਡਾ ਬੰਦਾ ਬਚ ਜਾਂਦਾ, ਕਿਉਂਕਿ ਉਹ ਗੱਡੀ ਭਜਾ ਕੇ ਲੈ ਗਿਆ। ਫਿਰ ਬਾਅਦ ਵਿੱਚ ਲੱਭਿਆ ਉਹਨਾਂ ਨੇ ਗੱਡੀ ਜਾ ਕੇ ਰਿਪੋਰਟ ਦੀ ਹੋਰ ਪਾਸੇ ਸਾਈਡ 'ਤੇ। ਉਧਰ ਅਕਾਲੀ ਬਸਪਾ ਗੱਠਜੋੜ ਦੇ ਹਲਕਾ ਗਿੱਲ ਤੋਂ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਨੇ ਚਿੱਟੀ ਕਲੋਨੀ ਵਿਖੇ ਇਲਾਕਾ ਵਾਸੀਆਂ ਦੇ ਨਾਲ ਵੱਡੀ ਬੈਠਕ ਕੀਤੀ ਅਤੇ ਇਸ ਦੌਰਾਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਿਵਾਲਿਕ ਨੇ ਕਿਹਾ ਕਿ ਕਾਂਗਰਸ ਸਰਕਾਰ ਝੂਠ ਅਤੇ ਲਾਰਿਆਂ ਦੀ ਸਰਕਾਰ ਹੈ ਅਤੇ ਇਸ ਮੌਕੇ 2022 ਦੀਆਂ ਚੋਣਾਂ ਤੋਂ ਬਾਅਦ ਸੂਬੇ ਅੰਦਰ ਆਗਾਮੀ ਸਰਕਾਰ ਅਕਾਲੀ ਬਸਪਾ ਗੱਠਜੋੜ ਦੀ ਹੀ ਬਣੇਗੀ, ਇਹ ਦਾਅਵਾ ਵੀ ਕੀਤਾ ਗਿਆ। ਉਹਨਾਂ ਕਿਹਾ ਕਿ ਅੱਜ ਸੂਬੇ ਅੰਦਰ ਹਰ ਵਰਗ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆਂ ਅਤੇ ਗਰੰਟੀਆਂ ਤੋਂ ਬੇਹੱਦ ਦੁਖੀ ਹੈ। ਅੱਜ ਦੀ ਵਰਕਰ ਮਿਲਣੀ ਜਿਹੜੀ ਹੈਗੀ ਆ ਚਿੱਟੀ ਕਲੋਨੀ, ਜਿਹੜਾ ਕਿ ਪੱਟੀਆਂ ਬੇੜ ਦੇ ਨਾਲ ਇਹ ਪੰਚਾਇਤ ਪੈਂਦੀ ਆ, ਇਹ ਸਾਡੇ ਜਗਵਿੰਦਰ ਮੱਲ ਜੀ ਹੈਗੇ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਦੀ ਅਗਵਾਈ ਵਿੱਚ ਕੀਤੀ ਗਈ ਸੀਗੀ। ਸੋ ਉਹਨਾਂ ਦਾ ਅਗਲਾ ਇਹੀ ਆ ਵਿਕਾਸ ਦੇ ਕੰਮਾਂ ਦੇ ਸੰਬੰਧ ਵਿੱਚ ਜਦੋਂ ਉਹਨਾਂ ਨਾਲ ਗੱਲ ਕੀਤੀ ਗਈ, ਉਹ ਕਹਿੰਦੇ ਸੀਵਰੇਜ ਜੋ ਪਾਇਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪਾਇਆ ਸੀ ਸਾਡੇ ਇੱਥੇ, ਪਾਣੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਦਿੱਤਾ, ਲੇਕਿਨ ਜਿਹੜਾ ਕੰਮ ਰਹਿ ਗਿਆ ਸੀਗਾ ਉਹ ਕੰਮ ਉੱਥੇ ਹੀ ਖੜ੍ਹਾ ਵਾ। ਗਲੀਆਂ ਦੇ ਵਿੱਚ ਮੈਨੂੰ ਉਹਨਾਂ ਨੇ ਮੌਕਾ ਦਿਖਾਇਆ, ਗਲੀਆਂ ਦੇ ਵਿੱਚ ਚਿੱਕੜ ਖੜ੍ਹਾ ਵਾ, ਕੂੜੇ ਦੇ ਢੇਰ ਲੱਗੇ ਪਏ ਨੇ, ਗਲੀਆਂ ਕੱਚੀਆਂ ਗਲੀਆਂ ਨੇ, ਉੱਥੇ ਸੂਰ ਜਿਹੜੇ ਹੈਗੇ ਆ ਉਹ ਭੱਜੇ ਫਿਰਦੇ ਨੇ ਜੀ। ਨੰਬਰ 2 ਉਹ ਕਹਿੰਦੇ ਵੀ ਸਾਡੇ ਤਕਰੀਬਨ 50% ਜਿਹੜੇ ਨੀਲੇ ਕਾਰਡ ਆ ਉਹ ਕਾਂਗਰਸ ਸਰਕਾਰ ਨੇ ਕੱਟਤੇ ਨੇ। ਸੋ ਜਿਹੜੀ ਮੇਨ ਸੜਕ ਹੈਗੀ ਆ ਇਹ 4 ਸਾਲ ਦੇ ਪੌਣੇ 4 ਸਾਲ ਹੋ ਗਏ ਨੇ ਜਦੋਂ ਦੀ ਟੁੱਟੀ ਹੋਈ ਆ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਇਹ ਚੌੜੀ ਕਰਕੇ ਬਣਾਈ ਗਈ ਸੀਗੀ ਅਤੇ ਚਿੱਕੜ ਦੇ ਵਿੱਚ ਹੀ ਰਹੇ ਆ। ਹੁਣ ਅੱਗੇ ਟਾਈਲਾਂ ਲੱਗ ਰਹੀਆਂ ਨੇ, ਹੁਣ ਪਤਾ ਨਹੀਂ ਸਿਰੇ ਤੱਕ ਲੱਗਦੀਆਂ ਜਾਂ ਨਹੀਂ ਲੱਗਦੀਆਂ, ਪਰ ਲੋਕਾਂ ਨੂੰ ਇਹਦੀ ਬਹੁਤ ਪਰੇਸ਼ਾਨੀ ਰਹੀ ਆ। ਸੋ ਉਹਨਾਂ ਨੇ ਜਿੱਥੇ ਗਿਲੇ ਕੀਤੇ ਨੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਆ ਜਿਹੜੀਆਂ ਹੈਗੀਆਂ ਤਾਰੀਫ ਵੀ ਕੀਤੀ ਹੈਗੀ ਆ, ਅਤੇ ਉੱਥੇ ਵਿਸ਼ਵਾਸ ਵੀ ਦਵਾਇਆ ਹੈਗਾ ਕਿ ਇਸ ਵਾਰ ਜਿਹੜੀਆਂ ਸਾਡੇ ਜਿਹੜੇ ਗਰੀਬ ਲੋਕ ਨੇ ਇੱਥੇ ਸਾਰੇ ਤਕਰੀਬਨ 95% ਗਰੀਬ ਆਬਾਦੀ ਆ ਉੱਥੇ, ਉਹ ਕਹਿੰਦੇ ਜਿਹੜੀਆਂ ਪਿਛਲੇ ਸਮੇਂ ਵਿੱਚ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਆ। ਕੈਪਟਨ ਨੇ कहता भी कर्जा माफ़ कर दूंगा, मैं सगन स्कीम इन्नी कर दूंगा, घर घर नौकरी दे दूंगा, स्मार्टफोन दे दूंगा, भी हले तक इत्थे डक्का नहीं तोड़िया। आ हुण चन्नी आ गया वा, चन्नी दे भी रोज़ लारे आ बयान ही देई जांदा वा, ते साडे आ ना तां बिजली दे बिल कटे आ ते ना हले साडे पानी दा बिल लैण वास्ते बंद होया वा, पंचायत वाले मंगी जांदे ने जमा करवाउणे आ जी। मतलब कोई जिहड़ी सहूलत हैगी आ ओह लागू नहीं होई हैगी, सिर्फ उन्हां दे बयान ही ने जी। सो बाकी कहंदे जिहड़ा ਇਹਦਾ ਹੁਣ ਜਵਾਬ ਹੈਗਾ ਅਸੀਂ 22 ਦੀਆਂ ਚੋਣਾਂ ਵਿੱਚ ਦੇਵਾਂਗੇ, ਹੋਰ ਤਾਂ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ।
ਥਾਣਾ ਮੋਤੀ ਨਗਰ ਅਧੀਨ ਪੈਂਦੇ ਇਲਾਕੇ ਦੀ ਰਹਿਣ ਵਾਲੀ ਮਹਿਲਾ ਵੱਲੋਂ ਮੈਡੀਕਲ ਸਟੋਰ ਚਾਲਕ ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਗਿਆ ਕਿ ਦਵਾਈ ਦੇ ਬਹਾਨੇ ਬੁਲਾ ਕੇ ਗਲਤ ਹਰਕਤ ਕਰਕੇ ਉਸ ਨੂੰ ਬਲੈਕਮੇਲ ਕਰਨ ਦੇ ਉਦੇਸ਼ ਦੇ ਨਾਲ ਉਸ ਨਾਲ ਰੇਪ ਕੀਤਾ ਗਿਆ। ਮੈਡੀਕਲ ਦੁਕਾਨ ਚਾਲਕ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਜਿਸ ਦੇ ਚਲਦਿਆਂ ਲੜਕੀ ਨੇ ਬਲਾਤਕਾਰ ਦੇ ਇਲਜ਼ਾਮ ਹੇਠ ਮਾਮਲਾ ਦਰਜ ਕਰਵਾਇਆ। ਇਨਸਾਫ ਨਾ ਮਿਲਣ ਤੇ ਪੀੜਿਤ ਮਹਿਲਾ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੀ ਅਤੇ ਮੀਡੀਆ ਅੱਗੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਵੀ ਮੰਗ ਕੀਤੀ। हम एक साथ ही रहते हैं एक ही बेड़े में, और वो सुशील मेडिकल वाला जो है, जब मैंने इनकी हेल्प की, इन्होंने मुझे सारी बात बताई, तो हम पुलिस स्टेशन गए, वहाँ पे अपनी FIR दर्ज करवाई। और जब वहाँ पे हम बोलने की कोशिश करते हैं तो हमें पहली बात तो चुप करा दिया जाता है डरा धमका के कि आपने बोलना नहीं है। और दूसरी बात कहते हैं आप फैसला कर लो, पैसे पूसे दे के जो भी है फैसला कर लो। और सुशील मेडिकल वाला अभी भी मेरे को धमकी दे रहा है और मेरे घर वाले को कि तू पीछे हट जा, वरना तुझे और तेरे घर वाले को मार, जेल तो जाऊंगा पर मैं तेरे को मार के जाऊंगा। और थाने में वो बराबर हमारे साथ आता जाता रहा है, पर सुलक्षण सिंह नाम जो ऑफिसर है उसने कोई कार्रवाई नहीं की, उसे कोई गिरफ्तार नहीं किया, उसे कोई सवाल भी नहीं करे जा रहे। जो सवाल किए जा रहे हैं हमसे किए जा रहे हैं, हमें परेशान किया जा रहा है। हमें सुलक्षण सिंह कह रहे फैसला कर लो, फैसला कर लो, और उसको कोई पकड़ नहीं रहा है। क्यों नहीं पकड़ रहा है? क्या गरीब की कोई सुनवाई नहीं है? और हमारे को धमकी पे धमकी मिली जा रही है। आज मैं कमिश्नर ऑफिस में आई हूँ, पर अब यहाँ पे भी आई हूँ तो क्या पता हमारी कोई सुनवाई होगी कि नहीं होगी, मुझे नहीं पता। क्या है, किस वजह से आप पुलिस कमिश्नर दफ्तर पहुँचे? मैं इसलिए कमिश्नर ऑफिस में आई हूँ कि मेरे को 1 महीना हो गया, मैं केस की थी एक सुशील नाम की मेडिकल के ऊपर। उससे मैं दवाई करवाई थी। उसने हमारे को नशे की हालत में, और उसने मेरा वीडियो बना लिया। वीडियो बना के उसने मेरे साथ 5 महीने तक डरा के धमका के और मेरे साथ गलत करता रहा। और अंत में जब मैं उससे बोली कि मेरे पेट में 4 महीने की बच्चे हैं, मेरे को बख्श दो, जो भी मेरे साथ किए हो माफ़ कर दो, मेरे बस की बात नहीं है। फिर उसने कहता है कि तुम्हारी जो 12 साल की लड़की है उसको मेरे साथ भेज। बताइए ऐसे ही होता है क्या? उसके बाद मैं जब कानून का सहारा ली तो कानून भी मेरे साथ नहीं है। उसने जब सुलक्षण सिंह के पास मैं गई 4 दिन, तो उसने मेरे को दौड़ाता रहा। फिर मैं प्रेस वाले का सहारा ली, फिर उसने हमारा FI दर्ज किया। ਰਾਏਕੋਟ ਦੀ ਸਬਜ਼ੀ ਮੰਡੀ ਵਿਖੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਕੁਝ ਸਬਜ਼ੀ ਵੇਚਣ ਵਾਲੀਆਂ ਆੜ੍ਹਤੀਆਂ ਵੱਲੋਂ ਬਣਾਏ ਸ਼ੈੱਡਾਂ ਨੂੰ ਤੁੜਵਾ ਦਿੱਤਾ ਗਿਆ, ਜਿਸ ਤੋਂ ਭੜਕੇ ਸਬਜ਼ੀ ਆੜ੍ਹਤੀਆਂ ਅਤੇ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਧਰਨਾ ਲਗਾਇਆ ਗਿਆ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆੜ੍ਹਤੀ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਕਈ ਵਰ੍ਹਿਆਂ ਤੋਂ ਮਾਰਕੀਟ ਕਮੇਟੀ ਦੇ ਅਧੀਨ ਦੀ ਸਹਿਮਤੀ ਦੇ ਨਾਲ ਸ਼ੈੱਡ ਬਣਵਾ ਕੇ ਸਬਜ਼ੀ ਵੇਚਣ ਦਾ ਕੰਮ ਕਰ ਰਹੇ ਨੇ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ਕੁਝ ਅਧਿਕਾਰੀਆਂ ਵੱਲੋਂ ਕਥਿਤ ਤੌਰ ਤੇ ਕੀਤੀ ਰੁਪਇਆਂ ਦੀ ਨਜਾਇਜ਼ ਮੰਗ ਨੂੰ ਪੂਰਾ ਨਾ ਕਰਨ ਤੇ ਇਹ ਸ਼ੈੱਡ ਤੋੜੇ ਗਏ ਨੇ। ਉਧਰ ਅਧਿਕਾਰੀਆਂ ਨੇ ਕਿਹਾ ਕਿ ਆੜ੍ਹਤੀਆਂ ਨੂੰ ਨੋਟਿਸ ਦਿੱਤਾ ਗਿਆ ਸੀ, ਪਰ ਉਹਨਾਂ ਵੱਲੋਂ ਸ਼ੈੱਡ ਨਾ ਚੁੱਕੇ ਜਾਣ ਤੇ ਹੀ ਇਹ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਮੈਂ ਕਰੀਬਨ 10 ਸਾਲ ਤੋਂ ਆੜਤ ਕਰ ਰਿਹਾ ਜੀ, ਤੇ ਜਦ ਮੈਂ ਸ਼ੈੱਡ ਬਣਾਇਆ ਸੀਗਾ ਜੀ ਇਹ, ਤੇ ਉਦੋਂ ਚਲੋ ਇਹਨਾਂ ਨੇ ਪੈਸੇ ਲੈ ਕੇ ਜੀ ਇਹਨਾਂ ਨੇ ਮੇਰਾ ਸ਼ੈੱਡ ਬਣਾਉਣ ਨੂੰ ਇਜਾਜ਼ਤ ਦੇ ਦਿੱਤੀ ਸੀਗੀ। ਚਲੋ ਵਧੀਆ ਸੀਗਾ ਜੀ, ਕੰਮ ਕਰੀ ਜਾਂਦੇ ਸੀਗੇ। ਸਾਨੂੰ ਸ਼ੈੱਡ ਦੇ ਅੰਦਰ ਜਗ੍ਹਾ ਨਹੀਂ ਮਿਲਦੀ ਸੀਗੀ। ਇਹਨਾਂ ਨੇ ਕਿਹਾ ਚਲੋ ਇੱਥੇ ਬਣਾ ਲਓ ਤੁਸੀਂ ਆਪਦੇ ਪੈਸਿਆਂ ਨਾਲ, ਤੇ ਅਸੀਂ ਆਪਦਾ ਸ਼ੈੱਡ ਬਣਾ ਲਿਆ ਵਾ ਜੀ। ਬਣਾਉਣ ਤੋਂ ਬਾਅਦ ਜੀ ਅੱਜ ਇਹਨਾਂ ਨੇ ਕੱਲ੍ਹ ਸਾਨੂੰ ਸ਼ਾਮ ਨੂੰ ਨੋਟਿਸ ਮਿਲਿਆ ਜੀ ਕਿ 24 ਘੰਟਿਆਂ ਵਿੱਚ ਮਤਲਬ ਜਿਹੜੇ ਵੀ ਤੁਹਾਡੇ ਸ਼ੈੱਡ ਬਣੇ ਹੋਏ ਨਜਾਇਜ਼ ਤੋੜੀ ਬਣੇ ਹੋਏ ਆਪਦੇ ਚੱਕ ਲਓ। ਤੇ ਅਸੀਂ ਕਿਹਾ ਕਿ ਠੀਕ ਹੈ ਜੀ, ਅਸੀਂ ਪ੍ਰਧਾਨ ਨਾਲ ਆਪਦੇ ਗੱਲਬਾਤ ਕਰਕੇ ਜਿਵੇਂ ਵੀ ਹੋਇਆ ਉਵੇਂ ਅਸੀਂ ਆਪ ਖੋਲ੍ਹ ਕੇ ਪਿੱਛੇ ਕਰ ਲਵਾਂਗੇ। ਪਰ ਇਹਨਾਂ ਨੇ ਅੱਜ ਸਾਨੂੰ ਬਿਲਕੁਲ ਵੀ ਟਾਈਮ ਨਹੀਂ ਦਿੱਤਾ ਜੀ। ਆਉਂਦਿਆਂ ਨੂੰ ਸਾਡਾ ਸਮਾਨ ਸਮੂਨ ਸਭ ਖਿਲਾਰ ਦਿੱਤਾ ਗਿਆ ਵਾ ਤੇ ਤੋੜ ਦਿੱਤਾ ਵਾ, ਤੁਹਾਡੇ ਸਾਹਮਣੇ ਹੀ ਆ ਜੀ, ਦੇਖ ਸਕਦੇ ਹੋ ਜੀ। ਇਸ ਲਈ ਚਲੋ ਮੈਂ ਕਿਹਾ ਕੋਈ ਗੱਲ ਨਹੀਂ, ਆਪਾਂ ਗੱਲ ਕਰਦੇ ਹਾਂ ਪ੍ਰਸ਼ਾਸਨ ਨਾਲ। ਇਹ ਕਿਸੇ ਨੇ ਆਮ ਨਹੀਂ ਲਗਾਏ, ਇਹ ਲੱਗੇ ਨੇ ਇਹ ਬਕਾਇਦਾ ਤੌਰ 'ਤੇ ਲਾਇਸੈਂਸ ਇਹਨਾਂ ਕੋਲ, ਲਾਇਸੈਂਸ ਕਮੇਟੀ ਨੇ ਦਿੱਤੇ ਹੋਏ ਆ, ਤਾਂ ਮਾਰਕੀਟ ਕਮੇਟੀ ਕਰਕੇ ਇਹ ਸ਼ੈੱਡ ਬਣੇ ਨੇ। ਜਦੋਂ ਸ਼ੈੱਡ ਪਹਿਲਾਂ ਇਹਨਾਂ ਦੇ ਮੋਟੀਆਂ ਗਰਾਹੀਆਂ ਕਰਾਉਂਦੇ ਨੇ, ਪੈਸੇ ਕਰਾਉਂਦੇ ਨੇ, ਪਰ ਜਿਹੜੀ ਇਹ ਮਾਰਕੀਟ ਕਮੇਟੀ ਚੀਜ਼ ਦੇਖਣੀ ਚਾਹੀਦੀ ਸੀ, ਕਿਉਂਕਿ ਜੰਮੂ ਕਸ਼ਮੀਰ ਤੋਂ ਲੈ ਕੇ ਮਹਾਰਾਸ਼ਟਰ ਤੋਂ ਇੱਧਰੋਂ ਉੱਧਰੋਂ ਸਾਰੀਆਂ ਗੱਡੀਆਂ ਬੜੀਆਂ ਗੱਡੀਆਂ ਸਮਾਨ ਆਉਂਦੇ ਆ, ਫਲ ਫਰੂਟ ਆਉਂਦਾ ਇੱਥੇ। ਕੋਈ ਡਰਾਈਵਰ ਆ, ਕੋਈ ਉਹਨਾਂ ਦੀ ਕੋਈ ਸਹੂਲਤ ਨਹੀਂ ਹੈਗੀ, ਨਾ ਇੱਥੇ ਕੋਈ ਬਾਥਰੂਮ ਲੈਟਰਿੰਗ ਦਾ ਪ੍ਰਬੰਧ ਆ, ਨਾ ਕੋਈ ਨਹਾਉਣ ਧੋਣ ਦਾ ਡਰਾਈਵਰਾਂ ਦਾ ਕੋਈ ਪ੍ਰਬੰਧ ਆ, ਨਾ ਇੱਥੇ ਕੋਈ ਸਫਾਈ ਦਾ ਪ੍ਰਬੰਧ। ਜਿਹੜਾ ਪ੍ਰਸ਼ਾਸਨ ਨੇ ਜਿਹੜੀ ਚੀਜ਼ ਦੇਖਣੀ ਚਾਹੀਦੀ ਉਹ ਨਹੀਂ ਦੇਖੀ। ਇਹ ਸਬਜ਼ੀ ਮੰਡੀ ਦੇ ਵਿੱਚ ਜੀ ਨਜਾਇਜ਼ ਤੌਰ ਤੇ ਜਿਹੜੇ ਹੈਗੇ ਕੁਝ ਫੜੀਆਂ ਵਾਲੇ ਨੇ ਉਸਾਰੀ ਕੀਤੀ ਹੋਈ ਸੀਗੀ,
ਕਾਫੀ ਸਮੇਂ ਤੋਂ ਕੀਤੀ ਵੀ ਸੀਗੀ। ਕੁਛ ਫਰੈਸ਼ ਉਸਾਰੀ ਵੀ ਹੁਣ ਹੋ ਗਈ ਸੀਗੀ। ਪਹਿਲਾਂ ਇਹਨਾਂ ਨੂੰ ਵਰਬਲੀ ਕਾਫੀ ਨੋਟਿਸਾਂ ਨਹੀਂ ਵਰਬਲੀ ਕਾਫੀ ਵਾਰੀ ਕਿਹਾ ਵੀ ਇਹ ਰਿਮੂਵ ਕਰ ਦਿੱਤੇ ਜਾਣ, ਪਰੰਤੂ ਇਹਨਾਂ ਨੇ ਕੀਤਾ ਨਹੀਂ। ਫਿਰ ਇਹਨਾਂ ਨੂੰ ਕੱਲ੍ਹ ਨੂੰ ਜੀ 24 ਘੰਟਿਆਂ ਦਾ ਨੋਟਿਸ ਦੇ ਕੇ ਸਾਰਿਆਂ ਨੂੰ ਰਿਮੂਵ ਕਰਨ ਲਈ ਕਿਹਾ ਗਿਆ। 24 ਘੰਟਿਆਂ ਦਾ ਟਾਈਮ ਦਿੱਤਾ ਗਿਆ, ਪਰੰਤੂ ਫਿਰ ਵੀ ਕਿਸੇ ਨੇ ਰਿਮੂਵ ਨਹੀਂ ਕੀਤੀ। ਅਤੇ ਫਿਰ ਇਹ ਮਾਰਕੀਟ ਕਮੇਟੀ ਨੇ ਹੁਣ ਆਪਣੇ ਪੱਧਰ 'ਤੇ ਇਹ ਡੈਮੋਲੀਸ਼ਨ ਡਰਾਈਵ ਜਿਹੜੇ ਨਜਾਇਜ਼ ਤੌਰ 'ਤੇ ਬਣੇ ਹੋਏ ਸੀਗੇ ਸ਼ੈੱਡ, ਉਹ ਅੱਜ ਢਾਏ ਜਾ ਰਹੇ ਨੇ। ਨੌਕਰੀ ਤੋਂ ਕੱਢੇ ਕਰਮਚਾਰੀਆਂ ਦੀ ਬਹਾਲੀ ਤੇ ਹੱਕੀ ਮੰਗਾਂ ਦੇ ਲਈ ਖੰਨਾ ਦੀ ਫਾਈਨਾਂਸ ਕੰਪਨੀ ਬਾਹਰ ਮਜ਼ਦੂਰਾਂ ਵੱਲੋਂ ਲਗਾਤਾਰ 5ਵੇਂ ਦਿਨ ਵੀ ਧਰਨਾ ਲਗਾਇਆ ਗਿਆ। ਇਸ ਪ੍ਰਦਰਸ਼ਨ ਦੌਰਾਨ ਕਿਸਾਨ ਆਗੂ, ਬਿਜਲੀ ਬੋਰਡ ਦੇ ਆਗੂ ਵੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਰਹੇ। ਮਜ਼ਦੂਰਾਂ ਨੇ ਕਿਹਾ ਕਿ ਕੰਪਨੀ ਮਜ਼ਦੂਰਾਂ ਦੇ ਜਮਹੂਰੀ ਹੱਕਾਂ ਨੂੰ ਖੋਹਣ ਜਾ ਰਹੀ ਹੈ। ਸਿਕਿਉਰਿਟੀ ਕਰਮਚਾਰੀਆਂ ਤੋਂ ਬਿਨਾਂ 8 ਰੈਗੂਲਰ ਕਰਮਚਾਰੀਆਂ ਨੂੰ ਵੀ ਸਸਪੈਂਡ ਕੀਤਾ ਗਿਆ ਤੇ ਨਾਲ ਹੀ 10 ਦਿਨ ਦੀ ਤਨਖਾਹ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ। ਉਧਰ ਦੂਜੇ ਪਾਸੇ ਖੰਨਾ ਦੇ ਲੇਬਰ ਇੰਸਪੈਕਟਰ ਜਸਬੀਰ ਕੌਰ ਦਾ ਕਹਿਣਾ ਹੈ ਕਿ ਕੰਪਨੀ ਦੇ ਵਰਕਰਾਂ ਦੀਆਂ ਜੋ ਮੰਗਾਂ ਸੀ ਸਸਪੈਂਸ਼ਨ ਛੱਡ ਕੇ ਬਾਕੀ ਮੰਗਾਂ ਮੰਨ ਲਈਆਂ ਗਈਆਂ ਨੇ। ਇਸ ਗੱਲ ਨੂੰ ਲੈ ਕੇ ਵੀ ਜਿਹੜਾ ਠੇਕੇਦਾਰੀ ਸਿਸਟਮ ਆ ਇਹ ਬੰਦ ਹੋਵੇ, ਰੁਜ਼ਗਾਰ ਦੀ ਗਰੰਟੀ ਹੋਵੇ, ਕਿਸੇ ਵਰਕਰ ਦੀ ਛਾਂਟੀ ਨਾ ਹੋਵੇ। ਪਰ ਇਹ ਗੱਲ ਤੇ ਕੰਪਨੀ ਨੇ 6 ਮਹੀਨੇ ਹੋ ਗਏ ਇਹ ਵਰਕਰ ਇਸ ਸੰਤਾਪ ਝੱਲਦਿਆਂ ਨੂੰ। ਅਸੀਂ ਲੇਬਰ ਡਿਪਾਰਟਮੈਂਟ 'ਚ ਗਏ, ਜ਼ਿਲ੍ਹਾ ਪ੍ਰਸ਼ਾਸਨ ਕੋਲੇ ਗਏ ਆ, ਅਸੀਂ ਮੰਤਰੀਆਂ ਤੱਕ, ਚੰਨੀ ਤੱਕ ਗੱਲ ਲੈ ਕੇ ਗਏ ਆ, ਕੋਈ ਸਾਡੀ ਸੁਣਵਾਈ ਨਹੀਂ ਹੋਈ। ਉਲਟਾ ਹੋਇਆ ਕਿ ਇਹ ਵਰਕਰ ਜੋ ਸਸਪੈਂਡ ਕੀਤੇ ਹੋਏ ਨੇ, 8 ਵਰਕਰ ਕੱਢੇ ਹੋਏ ਨੇ ਰੈਗੂਲਰ ਨੇ, ਜਿਨ੍ਹਾਂ ਨੂੰ ਕੰਪਨੀ ਨੇ ਸਮੇਂ-ਸਮੇਂ ਪ੍ਰਸ਼ੰਸਾ ਪੱਤਰ ਵੀ ਜਾਰੀ ਕੀਤੇ ਹੋਏ ਨੇ। ਜਿਹੜੇ ਕੰਪਨੀ ਦੇ ਅੰਦਰ ਮੈਨੇਜਮੈਂਟ ਨੇ ਆਪ ਇੱਕ ਇਹਨਾਂ ਨੇ ਉਹ ਬਣਾਈ ਹੋਈ ਗ੍ਰੀਵਾਂਸ ਕਮੇਟੀ, ਸ਼ਿਕਾਇਤ ਨਿਵਾਰਨ ਕਮੇਟੀ, ਉਹਦੇ ਇਹ 3 ਮੈਂਬਰ ਵੀ ਨੇ ਵੀ ਵਰਕਰਾਂ ਦੀ ਅੰਦਰ ਕੋਈ ਪ੍ਰੋਬਲਮ ਹੋ ਗਏ ਮੈਨੇਜਮੈਂਟ ਨਾਲ ਬੈਠ ਕੇ ਤੁਸੀਂ ਸੋਲਵ ਕਰਦੇ ਆ। ਨਹੀਂ, ਉਹ ਇਹਨਾਂ ਦਾ ਇੰਟਰਨਲ ਕੰਮ ਆ ਜੀ, ਇਹ ਕਰਦੇ ਆ ਕੰਪਲੀਟ। ਅਸੀਂ ਤਾਂ ਜਿਹੜੀ ਸਾਡੀ ਮੈਨੇਜਮੈਂਟ ਸੀ ਅਸੀਂ ਉਸ ਨੂੰ ਕੰਪਲੀਟ ਕੀਤੀ ਵੀ ਤੁਸੀਂ ਇਸ ਦੀ ਇਨਕੁਆਇਰੀ ਕਰੋ। ਉਹਨਾਂ ਨੇ ਭਰੋਸਾ ਦਿੱਤਾ ਵੀ ਇਨਕੁਆਇਰੀ ਕਰਦੇ ਆ, ਤੁਸੀਂ ਕੰਮ ਚਾਲੂ ਕਰ ਲਓ। ਪਰ ਨਾਲ ਹੀ 31 ਮਈ ਨੂੰ ਇੱਕ ਮੈਨੇਜਮੈਂਟ ਇੱਥੇ ਆਉਂਦੀ ਆ, ਨਾਲ ਹੀ ਸਾਡੇ ਦੇ ਕੇਸ ਸਬਮਿਟ ਕਰਿਆ ਵੀ ਜਿਹੜੀ ਆ ਸਟੇ ਦਿੱਤੀ ਜਾਵੇ ਸਾਨੂੰ ਜੱਜ ਸਾਹਿਬ ਕੋਲੇ। ਜਦੋਂ ਸਟੇ ਦਾ ਸਾਨੂੰ ਬਾਅਦ 'ਚ ਪਤਾ ਲੱਗਿਆ, ਅਸੀਂ 26 ਜੂਨ ਤੱਕ ਕੰਮ ਕੀਤਾ ਜੀ। 26 ਜੂਨ ਤੱਕ ਕੰਮ ਕਰਦੇ ਹਾਂ, 31 ਮਈ ਨੂੰ ਜਾਨੀ ਸਟੇ ਦੇ ਜਿਹੜੇ ਲਈ ਕੇਸ ਅਪਲਾਈ ਕਰਦੇ ਨੇ, ਉੱਥੋਂ ਸਾਨੂੰ ਇਹ ਡਰ ਹੋ ਗਿਆ ਵੀ ਇਹਨਾਂ ਨੇ ਹੋਰ ਵੀ ਵਰਕਰ ਕੱਢਣੇ, ਬਾਉਂਡ ਤੇ ਸਾਈਨ ਵੀ ਕਰਵਾ ਲਏ। ਚਲੋ ਜੇ ਸਾਡੀ ਗਲਤੀ ਸੀਗੀ ਵੀ ਅਸੀਂ ਸਟ੍ਰਾਈਕ ਕਰਤੀ, ਇਹਨਾਂ ਨੇ 10 ਦਿਨ ਦੀ ਸਾਨੂੰ ਸਜ਼ਾ ਦੇ ਕੇ ਤਨਖਾਹ ਤਾਂ ਕੱਟੇ ਲਈ ਸੀ, ਫਿਰ ਉੱਪਰ ਜੀ ਕੇਸ ਲਾ ਕੇ 4 ਸੀਟ ਲਾ ਕੇ ਸਾਨੂੰ ਸਸਪੈਂਡ ਕਰਤਾ। ਹਾਂ ਜੀ, ਸਾਨੂੰ ਤਾਂ ਬੈਠਣਾ ਪਿਆ 17 ਤਰੀਕ ਤੋਂ। ਫਿਰ ਜਦੋਂ ਅਸੀਂ ਇਹ ਦੇਖ ਲਿਆ ਵੀ ਨਾ ਮੈਨੇਜਮੈਂਟ ਕੁਝ ਕਰ ਰਹੀ ਹੈ, ਨਾ ਸਾਨੂੰ ਅਦਾਲਤਾਂ ਵਿੱਚ ਇਨਸਾਫ ਮਿਲ ਰਿਹਾ, ਇਸੇ ਤਰ੍ਹਾਂ ਸਾਡੀਆਂ ਇਨਕੁਆਇਰੀਆਂ ਪਾਈਆਂ ਜਾ ਰਹੀਆਂ ਵੀ ਇਹ ਕਿੰਨਾ ਚਿਰ ਮਤਲਬ ਚੱਲਾਂਗੇ। ਇਸ ਕਰਕੇ ਇੱਕੋ ਇੱਕ ਹੱਲ ਹੈ, ਜਿਹੜਾ ਸੰਘਰਸ਼ ਦਾ ਹੱਲ ਹੈ। ਜੇ ਸੰਘਰਸ਼ ਕਰਾਂਗੇ ਤਾਂ ਕੋਈ ਨਾ ਕੋਈ ਨਤੀਜਾ ਨਿਕਲੂਗਾ। ਇਸ ਕਰਕੇ ਅਸੀਂ ਇਹਨਾਂ ਵਰਕਰਾਂ ਨੂੰ ਕਿਹਾ ਕਿ ਜਦ ਤੱਕ ਆਪਾਂ ਪਰਿਵਾਰਾਂ ਸਮੇਤ ਲੜਾਈ ਨਹੀਂ ਲੜਦੇ, ਉਹਨਾਂ ਚਿਰ ਤੱਕ ਇਸ ਮਸਲੇ ਦਾ ਹੱਲ ਨਹੀਂ ਹੋਣਾ। ਅਸੀਂ ਮਤਲਬ ਇਹਨਾਂ ਪਰਿਵਾਰਾਂ ਦੇ ਮਤਲਬ ਸਾਨੂੰ ਮਾਣ ਹੈ ਵੀ ਇਹਨਾਂ ਨੇ ਮਤਲਬ ਆਪਣੇ ਬੱਚਿਆਂ ਦੇ ਲਈ ਅੰਦਰ ਜਿਹੜੇ ਵਰਕਰ ਹੁਣ ਤੱਕ ਕੰਮ ਕਰਦੇ ਸੀ, ਉਹਨਾਂ ਨੇ ਵੀ ਦੇਖਿਆ ਵੀ ਇਹ ਜਿਹੜੇ ਵਰਕਰ ਕੱਢੇ ਹੋਏ ਨੇ ਇਹ ਇਮਾਨਦਾਰ ਨੇ। ਉਧਰ ਡੁਗਰੀ ਇਲਾਕੇ ਦੀ ਸੀਆਰਪੀ ਕਲੋਨੀ ਦੇ ਲੋਕਾਂ ਵੱਲੋਂ ਇਲਾਕੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਨੇ ਕਿਹਾ ਕਿ ਤਕਰੀਬਨ 3 ਮਹੀਨਿਆਂ ਤੋਂ ਬੇਹੱਦ ਪਰੇਸ਼ਾਨ ਨੇ ਤੇ ਮੁਸ਼ਕਲ ਦੇ ਵਿੱਚ ਨੇ। ਪਾਣੀ ਖੜੇ ਹੋਣ ਕਾਰਨ ਇਲਾਕੇ ਦੇ ਵਿੱਚ ਬਦਬੂ ਫੈਲੀ ਹੋਈ ਹੈ ਤੇ ਲਗਾਤਾਰ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਲੋਕਾਂ ਨੇ ਕਿਹਾ ਕਿ ਇਲਾਕੇ ਦੇ ਲੀਡਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਦੂਜੇ ਪਾਸੇ ਕੌਂਸਲਰ ਨਾ ਤਾਂ ਗੱਲ ਸੁਣਦੇ ਨੇ ਅਤੇ ਨਾ ਹੀ ਇਸ ਦਾ ਹੱਲ ਕੱਢਦੇ ਨੇ। ਕਹਿਣ ਦਾ ਮਤਲਬ ਵੀ ਇੱਥੇ ਹਰੇਕ ਬੰਦਾ ਆਂਦਾ ਵਾ, ਇਹ ਕਹਿ ਜਾਂਦੇ ਅਸੀਂ 1-2 ਦਿਨ ਤੋਂ ਕਰ ਦਿੰਦੇ ਆ, ਹਫ਼ਤਾ 3 ਮਹੀਨੇ ਹੋ ਚੱਲਿਆ। ਇੰਨਾ ਨਰਕ ਪਿਆ ਹੋਇਆ, ਲੰਘਣਾ ਕਰਨਾ ਖਾਣਾ ਪੀਣਾ ਦੁਸ਼ਵਾਰ ਹੋਇਆ ਪਿਆ ਸਾਡਾ। ਜਿਹੜਾ ਵੀ ਆਂਦਾ ਸਿਰਫ ਇਹੀ ਗੱਲ ਕਰਦਾ ਵਾ ਵੀ ਹਾਂਜੀ ਅੱਜ ਕਰ ਦਿੰਦੇ ਆ ਜੀ, ਕੱਲ੍ਹ ਕਰ ਦਿੰਦੇ ਆ ਜੀ, ਉੱਥੇ ਮਸ਼ੀਨ ਲਾਈ ਆ ਅਸੀਂ ਅੱਜ ਪਾਣੀ ਕੱਢ ਦਿੰਦੇ ਆ ਜੀ, ਆਹ ਕਰ ਦਿੰਦੇ ਆ। ਦੇਖ ਲਓ ਹਾਲਾਤ ਦੇਖੋ, ਬੱਚੇ ਬਿਮਾਰ ਹੋ ਜਾਂਦੇ ਆ ਸਾਡੇ। ਅਸੀਂ ਕੀ ਇੱਕ ਦਿਹਾੜੀ ਕਰਨ ਵਾਲੇ ਆ ਸਾਰੇ ਇੱਥੇ, ਕੋਈ ਇੱਥੇ ਲੈਣ ਲਾਉਣ ਬੰਦਾ ਨਹੀਂ ਹੈਗਾ, ਸਭ ਮਿਹਨਤ ਮਜ਼ਦੂਰੀ ਕਰਨ ਵਾਲੇ ਆ। ਇੰਨੇ ਗੰਦ ਦੇ ਵਿੱਚ ਸਾਹ ਲੈਣਾ ਦੁਸ਼ਵਾਰ ਹੋ ਜਾਂਦਾ। ਇਹ ਪਾਣੀ ਤੋਂ ਬਹੁਤ ਜ਼ਿਆਦਾ ਦੁਖੀ ਹੋਏ ਪਿਆ ਸੀ। ਮੇਨ ਤਾਂ ਦੇਖੋ ਜਿਨ੍ਹਾਂ ਨੇ ਘਰੋਂ ਪਾਣੀ ਕੱਢਿਆ ਹੋਇਆ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ। ਇੱਥੋਂ ਦੀ ਸਾਰੇ ਸ਼ਰੇਆਮ ਜਾ ਰਹੇ ਨੇ, ਸਭ ਨੂੰ ਦਿਖਦਾ ਨਹੀਂ ਆ, ਅੱਖਾਂ ਬੰਦ ਕਰਕੇ ਜਾ ਰਹੇ ਨੇ। ਕੋਈ ਟਰਾਲੀ ਲੈ ਕੇ ਜਾ ਰਿਹਾ, ਕੋਈ ਟਰੈਕਟਰ ਲੈ ਕੇ ਜਾ ਰਿਹਾ, ਕੋਈ ਗੱਡੀਆਂ ਲੈ ਕੇ ਜਾ ਰਿਹਾ। ਜੋ ਗੰਦ ਸਾਡੇ ਘਰ ਦੇ ਬੂਹੇ ਤੱਕ ਜਾ ਰਿਹਾ। ਅਸੀਂ ਇੰਨਾ ਜ਼ਿਆਦਾ ਗੰਦ ਤੋਂ ਪਰੇਸ਼ਾਨ ਹਾਂ, ਬੱਚੇ ਸਾਡੇ ਬਿਮਾਰ ਹੋਏ ਹੋਏ ਨੇ, ਕਿਸੇ ਨੂੰ ਕੁਝ ਨਹੀਂ ਫਰਕ ਪੈ ਰਿਹਾ। ਬਹੁਤ ਜ਼ਿਆਦਾ ਪਰੇਸ਼ਾਨ। ਸਾਡੇ ਗਟਰਾਂ ਦਾ ਹਾਲ ਦੇਖੋ, ਘਰ ਜਾ ਕੇ ਦੇਖੋ,
ਕੀ ਹਾਲਤ ਹਾਂਜੀ ਕਿੰਨੀ ਦੇਰ ਤੋਂ ਪਰੇਸ਼ਾਨੀ ਆ 3 ਮਹੀਨੇ ਤੋਂ ਪਰੇਸ਼ਾਨੀ ਜੀ, ਕੋਈ ਗਟਰ ਦੀ ਪ੍ਰੋਬਲਮ ਸੋਲਵ ਨਹੀਂ ਹੋ ਰਹੀ ਸਾਡੀ। ਬਹੁਤ ਵਾਰੀ ਮਿਲੇ ਹਾਂ ਅਸੀਂ ਉਹਨਾਂ ਨੂੰ, ਕੁਝ ਨਹੀਂ ਹੋਇਆ, ਕੋਈ ਹੀਲਾ ਵਸੀਲਾ ਨਹੀਂ ਹੋਇਆ। ਹਾਰ ਕੇ ਅਸੀਂ ਅੰਕਲ ਜੀ ਨੂੰ ਕਿਹਾ, ਅੰਕਲ ਜੀ ਕਹਿੰਦੇ ਕੋਈ ਨਹੀਂ ਬੇਟਾ ਟੈਨਸ਼ਨ ਨਾ ਲਓ, ਮੈਂ ਕਰਾ ਦੇਣਾ। ਸਰਕਾਰ ਦਾ ਜਿਹੜੇ ਦਾਅਵੇਕਾਰੀ ਮਤਲਬ ਜਿਹੜਾ ਉਹ ਝੂਠੇ ਦਾਅਵੇ ਨੇ ਸਰਕਾਰਾਂ ਦੇ, ਸਭ ਝੂਠੇ ਦਾਅਵੇ ਨੇ। ਅੱਜ ਮੈਂ ਦੇਖ ਰਿਹਾ ਸੀਗਾ ਜਿਹੜਾ ਇਹ ਪ੍ਰਦਰਸ਼ਨ ਜਾਂ ਜੋ ਵੀ ਇਹ ਬੋਲ ਕਹਿ ਰਹੇ ਸੀਗੇ, ਦੇਖੋ ਅਸੀਂ ਜ਼ਿੰਮੇਵਾਰ ਆ, ਇਹਨਾਂ ਨੇ ਸਾਨੂੰ ਜਿਤਾਇਆ, ਅਸੀਂ ਜ਼ਿੰਮੇਵਾਰ ਆ, ਬਟ ਇੱਕ ਜ਼ਿੰਮੇਵਾਰੀ ਐਮਐਲਏ ਸਾਹਿਬ ਦੀ ਵੀ ਬਣਦੀ ਆ। ਤੇ ਉਹ ਤਾਂ ਹਰੇਕ ਚੀਜ਼ 'ਚ ਹੱਥ ਖੜੇ ਕਰ ਲੈਂਦੇ ਆ, ਬਟ ਅਸੀਂ ਜੇ ਸਾਨੂੰ ਨੁਮਾਇੰਦਾ ਬਣਾਇਆ ਤਾਂ ਅਸੀਂ ਜ਼ਿੰਮੇਵਾਰ ਆ। ਇਹ ਪਹਿਲਾਂ ਕੰਪਲੇਂਟ ਕਾਰਪੋਰੇਸ਼ਨ ਦੇ ਅਧੀਨ ਲੈ ਕੇ ਆਉਂਦੇ ਰਹੇ, ਸਿੱਧਾ ਐਸਡੀਓ ਸਾਹਿਬ ਨੂੰ, ਜੇਈ ਸਾਹਿਬ ਨੂੰ ਦਿੰਦੇ ਰਹੇ, ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਜਦੋਂ ਇਹ ਸਾਡੇ ਕੋਲ ਆਏ, ਜਿੱਥੋਂ ਇਹਦੀ ਮੇਨ ਲੀਕੇਜ ਹੋ ਰਹੀ ਆ ਉਹ ਕੋਠੀਆਂ ਵਾਲੀ ਸਾਈਡ ਤੋਂ ਹੋ ਰਹੀ ਆ, ਉੱਥੋਂ ਅਸੀਂ ਸਾਰੀਆਂ ਥੜੀਆਂ ਤੜਵਾਤੀਆਂ। ਥੜੀਆਂ ਤੜਵਾ ਕੇ ਪ੍ਰੋਪਰ ਜੇਈ ਐਸਡੀਓ ਆ ਕੇ 2 ਵਾਰ ਮਸ਼ੀਨ ਜੈਟਿੰਗ ਮਸ਼ੀਨ ਲਵਾ ਕੇ ਪ੍ਰੋਪਰ ਤਰੀਕੇ ਨਾਲ ਟ੍ਰੀਟਮੈਂਟ ਚੱਲ ਰਿਹਾ, ਕਿਉਂਕਿ ਲੀਕੇਜ ਜਿਹੜੀ ਉਹ ਕਾਫੀ ਲੰਬੀ ਆ। ਕੁਛ ਇਹ ਜਿਹੜੇ ਫਲੈਟ ਨੇ ਇਹ 1966-67 ਦੇ ਬਣੇ ਹੋਏ ਆ, ਪੁਰਾਣੇ ਪਾਈਪ ਪਏ ਹੋਏ ਆ, ਜਿਹਦੇ ਕਰਕੇ ਇਹ ਸਾਰੇ ਸੀਆਰਪੀ ਕਲੋਨੀ ਵਿੱਚ ਸੀਵਰੇਜ ਤੇ ਪਾਣੀ ਦੀ ਬਹੁਤ ਦਿੱਕਤ ਆ। ਮੇਅਰ ਸਾਹਿਬ ਨਾਲ ਇਸ ਰਿਗਾਰਡਿੰਗ ਮੈਂ ਪ੍ਰੋਜੈਕਟ ਤਿਆਰ ਕਰਾ ਰਿਹਾ ਆ। ਪੰਜਾਬ ਦੇ ਏਡੀਜੀਪੀ ਜੇਲ੍ਹ ਪੀਕੇ ਸਿਨਹਾ ਲੁਧਿਆਣਾ ਦੀ ਸੈਂਟਰਲ ਜੇਲ੍ਹ ਪਹੁੰਚੇ, ਜਿੱਥੇ ਉਹਨਾਂ ਵੱਲੋਂ ਰੇਡੀਓ ਉਜਾਲਾ ਦਾ ਉਦਘਾਟਨ ਕੀਤਾ ਗਿਆ, ਜਿਸ ਨੂੰ ਜੇਲ੍ਹ ਦੇ ਕੈਦੀਆਂ ਵੱਲੋਂ ਹੀ ਚਲਾਇਆ ਜਾਵੇਗਾ। ਉਹਨਾਂ ਕਿਹਾ ਕਿ ਹੁਣ ਰੇਡੀਓ ਪ੍ਰੋਜੈਕਟ ਦੀ ਮਦਦ ਦੇ ਨਾਲ ਕੈਦੀ ਗਾਣੇ ਸੁਣ ਸਕਣਗੇ ਅਤੇ ਇੱਕ ਦੂਜੇ ਨੂੰ ਸੰਦੇਸ਼ ਵੀ ਭੇਜ ਸਕਣਗੇ। ਆਜ ਜਿਹੜਾ ਸ਼ੁਰੂਆਤ ਆਪਾਂ ਕੀਤਾ ਹੈ ਉਹਨੂੰ ਆਪਾਂ ਰੇਡੀਓ ਪੰਜਾਬ ਉਜਾਲਾ, ਰੇਡੀਓ ਉਜਾਲਾ ਪੰਜਾਬ ਦੇ ਨਾਂ ਦਿੱਤਾ ਹੈ। ਇਹ ਸਾਰੇ ਜੇਲ੍ਹਾਂ ਦੇ ਵਿੱਚ ਹੌਲੀ ਹੌਲੀ ਸ਼ੁਰੂ ਹੋਏਗਾ। ਸ਼ੁਰੂਆਤ ਲਈ ਆਪਾਂ 6 ਸੈਂਟਰਲ ਜੇਲ੍ਹ ਪੰਜਾਬ ਦੇ ਹੈਗੇ ਜਿੱਥੇ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਜਿੱਥੇ ਤੱਕ ਇਸ ਰੇਡੀਓ ਦਾ ਸਵਾਲ ਹੈ, ਇਹ ਰੇਡੀਓ ਉਜਾਲਾ ਪੰਜਾਬ ਇਹਦਾ ਨਾਂ ਹੈ। ਇਹ ਟ੍ਰੈਡੀਸ਼ਨਲ ਰੇਡੀਓ ਤੋਂ ਥੋੜਾ ਹਟ ਕੇ ਹੈ, ਕਿਉਂਕਿ ਇੱਥੇ ਰੇਡੀਓ ਡਿਵਾਈਸਿਸ ਨਹੀਂ ਹੈ ਆਪਣੇ ਬੰਦੀ ਵੀਰਾਂ ਭੈਣਾਂ ਕੋਲ, ਬੰਦੀਆਂ ਕੋਲ ਕੋਈ ਰੇਡੀਓ ਡਿਵਾਈਸ ਨਹੀਂ ਹੈ। ਸਾਰੇ ਬੈਰਕ ਜਿਹੜੇ ਹੈ ਉੱਥੇ ਆਪਾਂ ਸਪੀਕਰ ਲਗਾਏ ਆ। ਇੱਕ ਸੈਂਟਰਲ ਪੁਆਇੰਟ ਤੋਂ ਬ੍ਰੌਡਕਾਸਟ ਹੋਏਗਾ, ਵਾਇਰਡ ਕਨੈਕਸ਼ਨ ਹੈ ਔਰ ਸਪੀਕਰਾਂ ਤੇ ਆਵਾਜ਼ ਜਾਏਗਾ ਔਰ ਉੱਥੇ ਲੋਕੀ ਇਸ ਚੀਜ਼ ਦਾ ਆਨੰਦ ਮਨਾਉਣਗੇ ਜਿਹੜਾ ਵੀ ਪ੍ਰੋਗਰਾਮ ਚੱਲ ਰਿਹਾ ਹੈ। ਤੇ ਰੁਕ ਕਰਦੇ ਹਾਂ ਕੁਝ ਹੋਰ ਖਬਰਾਂ ਦੇ ਬਾਅਦ। ਲక్ష్ਮੀ ਲੇਡੀਜ਼ ਕਲੱਬ ਦੇ ਵੱਲੋਂ ਨਵੇਂ ਸਾਲ ਨੂੰ ਲੈ ਕੇ ਕਾਫੀ ਸੈਸ਼ਨ ਕਰਵਾਇਆ ਗਿਆ, ਜਿਸ ਦੇ ਵਿੱਚ ਲਗਭਗ 500 ਦੀ ਗਿਣਤੀ ਵਿੱਚ ਮਹਿਲਾਵਾਂ ਪਹੁੰਚੀਆਂ ਤੇ ਖੂਬ ਰੌਣਕਾਂ ਵੀ ਲਗਾਈਆਂ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਲੱਕੀ ਡਰਾਸ ਵੀ ਕੱਢੇ ਜਾਣਗੇ ਅਤੇ ਕਾਫੀ ਇੱਕ ਦੂਜੇ ਦਾ ਮਨੋਰੰਜਨ ਵੀ ਕੀਤਾ ਗਿਆ। ਅੱਜ ਕਾਫੀ ਸੈਸ਼ਨ ਮਨਾ ਰਹੇ ਆ ਔਰ ਸਾਰੀਆਂ ਲੇਡੀਜ਼ ਬਹੁਤ ਖੁਸ਼ ਹੈ, ਕਿਉਂਕਿ ਅੱਗੋਂ ਨਵਾਂ ਸਾਲ ਵੀ ਆ ਰਿਹਾ ਔਰ ਸਾਨੂੰ ਸਾਰਿਆਂ ਨੂੰ ਬਹੁਤ ਹੀ ਖੁਸ਼ੀ ਹੈ ਕਿ ਅਸੀਂ ਕਿੰਨੀ ਦੇਰ ਬਾਅਦ 2 ਸਾਲਾਂ ਬਾਅਦ ਇਸ ਤਰ੍ਹਾਂ ਇਕੱਠੇ ਹੋਏ ਹਾਂ। ਤੇ ਨਵੇਂ ਸਾਲ ਦੇ ਉੱਤੇ ਲੱਗ ਰਿਹਾ ਕਿ ਜਿਸ ਤਰ੍ਹਾਂ ਹੁਣ ਇੰਨੀਆਂ ਰੌਣਕਾਂ ਲੱਗੀਆਂ ਕਲੱਬ 'ਚ, ਇਸ ਤੋਂ ਵੀ ਹੋਰ ਵੱਧ ਲੱਗਿਆ ਕਰਨਗੀਆਂ ਔਰ ਸਾਰੇ ਲੋਕ ਜੋ ਹੈ ਇੰਜੋਏ ਕਰਨਗੇ। ਔਰ ਦੋਨੋਂ ਹੱਥ ਜੋੜ ਕੇ ਮੈਂ ਪਰਮਾਤਮਾ ਅੱਗੇ ਬੇਨਤੀ ਕਰਦੀ ਹਾਂ ਕਿ ਅਗਲੇ ਸਾਲ ਕੋਵਿਡ ਬਿਲਕੁਲ ਨਾ ਰਹੇ, ਸਾਰੇ ਲੋਕ ਖੁਸ਼ਹਾਲ ਰਹਿਣ, ਸਕੂਲਾਂ ਸਾਰੇ ਬੱਚੇ ਆਉਣ, ਕਾਲਜਸ ਵਿੱਚ ਬੱਚੇ ਜਾਣ, ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਬਹੁਤ ਅੱਛੀ ਹੋਏ। ਅੱਜ ਦੇ ਪ੍ਰੋਗਰਾਮ ਬਹੁਤ ਅੱਛਾ ਹੋ ਰਿਹਾ ਹੈਗਾ, ਜਿਹੜਾ ਕੀ ਕਹਿੰਦੇ ਨੇ ਕਾਫੀ ਸੈਸ਼ਨ ਹੈ, ਬੜੀ ਰੌਣਕ ਲੱਗੀ ਹੋਈ ਹੈ, ਸਾਰੇ ਮੈਂਬਰਸ ਇੱਥੇ ਆਏ ਹੋਏ ਹੈ। ਰਾਉਂਡ 500 ਤੋਂ ਉੱਪਰ ਮੈਂਬਰ ਇੱਥੇ ਹੈਗਾ ਇਕੱਠਾ ਹੋਇਆ ਹੈ ਔਰ ਸਾਰੇ ਜਣੇ ਇੰਜੋਏ ਕਰ ਰਹੇ ਹੈ, ਇੰਜੋਏ ਕਰਕੇ ਗੇਮਸ ਖੇਲ ਰਹੇ ਹੈ, ਲੱਕੀ ਡਰਾਸ ਨਿਕਲ ਰਹੇ ਹੈ, ਸਭ ਜਣੇ ਖਾਣਾ ਪੀਣਾ ਖਾ ਰਹੇ ਹੈ, ਪਿਕਨਿਕ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ। ਔਰ ਨਵੇਂ ਸਾਲ ਦੀਆਂ ਮੈਂ ਸਾਰਿਆਂ ਵਾਸਤੇ ਕਹਾਂਗੀ, ਨਵੇਂ ਸਾਲ ਹੁਣ ਸ਼ੁਰੂ ਹੋਣ ਵਾਲਾ ਹੈ, ਕ੍ਰਿਸਮਸ ਦੀ ਆ ਰਹੀ ਹੈ, ਉਹਦੇ ਵਾਸਤੇ ਬਹੁਤ ਬਹੁਤ ਮੁਬਾਰਕਾਂ ਸਭ ਨੂੰ। ਔਰ ਨਵੇਂ ਸਾਲ ਦੀਆਂ ਮੈਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਦੇਣੀ ਹੈ ਕਿ ਨਵਾਂ ਸਾਲ ਸਭ ਵਾਸਤੇ ਬੜੀ ਅੱਛੀਆਂ ਜ਼ਿੰਦਗੀਆਂ ਲੈ ਕੇ ਆਵੇ, ਸਭ ਵਾਸਤੇ ਇੱਕ ਅੱਛੇ ਦਿਨ ਲਿਆਵੇ। ਹੁਣ ਜਿਹੜਾ ਤੀਜੀ ਲਹਿਰ ਸ਼ੁਰੂ ਹੋਈ ਹੈ ਕੋਵਿਡ ਦੀ, ਉਹਦੇ ਤੋਂ ਸਾਨੂੰ ਸਭ ਨੂੰ ਬਚਾਏ ਪਰਮਾਤਮਾ, ਸਭ ਤੋਂ ਇਹੀ ਬੇਨਤੀ ਕਰਾਂਗੀ ਹਰ ਇੱਕ ਪਰਿਵਾਰ ਨੂੰ ਬਚਾਏ ਔਰ ਸਭ ਨੂੰ ਅੱਛਾ ਲੈ ਕੇ ਜਾਏ ਉੱਪਰ। ਟੂੰਬੀ ਦੇ ਬਾਦਸ਼ਾਹ ਲਾਲਚੰਦ ਯਮਲਾ ਜੱਟ ਦੀ ਬਰਸੀ ਨੂੰ ਸਮਰਪਿਤ ਉਹਨਾਂ ਦੇ ਡੇਰਾ ਵਿਖੇ ਪਰਿਵਾਰਕ ਮੈਂਬਰਾਂ ਤੇ ਉਹਨਾਂ ਦੇ ਪੋਤੇ ਸੁਰੇਸ਼ ਯਮਲਾ ਵੱਲੋਂ ਕੁਝ ਮਿੱਠੀਆਂ ਯਾਦਾਂ ਨੂੰ ਸਾਂਝਾ ਕੀਤਾ ਗਿਆ। ਉੱਥੇ ਹੀ ਕਈ ਸੰਗੀਤਕਾਰਾਂ ਵੱਲੋਂ ਵੀ ਉਹਨਾਂ ਦੀ ਬਰਸੀ ਮੌਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਉਹਨਾਂ ਕਿਹਾ ਕਿ ਪੰਜਾਬੀ ਸੰਗੀਤ ਜਗਤ ਨੂੰ ਯਮਲਾ ਜੱਟ ਦੀ ਬਹੁਤ ਅਣਮੁੱਲੀ ਦੇਣ ਹੈ ਅਤੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਇਸ ਮੌਕੇ ਸਰਕਾਰ ਵੱਲੋਂ ਕੋਈ ਸਾਰ ਨਹੀਂ ਲਈ ਗਈ, ਪਰ ਪਰਿਵਾਰ ਵੱਲੋਂ ਉਹਨਾਂ ਦੀ ਵਿਰਾਸਤ ਦੀ ਸੰਭਾਲ ਜ਼ਰੂਰ ਕੀਤੀ ਜਾ ਰਹੀ ਹੈ। ਅੱਜ ਉਸਤਾਦਾਂ ਦੇ ਉਸਤਾਦ, ਪੰਜਾਬੀ ਸੰਗੀਤ ਜਗਤ ਦੇ, ਜੇ ਮੈਂ ਉਹਨਾਂ ਨੂੰ ਤਾਨਸੈਨ ਕਹਦੇ ਹਾਂ ਤਾਂ ਕੋਈ ਸ਼ੱਕ ਨਹੀਂ। ਮੇਰੀ ਮੁਰਾਦ ਸਤਿਕਾਰਯੋਗ ਲਾਲਚੰਦ ਯਮਲਾ ਜੱਟ ਜੀ ਦੀ 31ਵੀਂ ਬਰਸੀ 'ਤੇ ਅਸੀਂ ਇਕੱਠੇ ਹੋਏ ਹਾਂ ਤੇ ਇਹ ਜਿਹੜੇ ਬਰਸੀ ਦਾ ਪ੍ਰਬੰਧ ਹੈ ਉਹਨਾਂ ਦੇ ਪਰਿਵਾਰ ਵੱਲੋਂ, ਉਹਨਾਂ ਦੇ ਤੀਸਰੀ ਪੀੜ੍ਹੀ ਦੇ
ਵਿਸ਼ਵ ਪ੍ਰਸਿੱਧ ਗਾਇਕ ਸ਼੍ਰੀ ਜਮਲਾ ਜੀ ਕਰ ਰਹੇ ਆ, ਨਾਲ ਬਟਵਾਲ ਬਰਾਦਰੀ ਦੇ ਚੇਅਰਮੈਨ ਸਾਹਿਬ ਬੱਗਾ ਜੀ ਤੇ ਜੋਗਿੰਦਰਪਾਲ ਜੀ ਤੇ ਹੋਰ ਸਾਰੇ ਸਾਥੀ ਰਲ ਕੇ ਇਹ ਕਰ ਰਹੇ ਆ। ਤੇ ਇਹਦੀ ਮੈਂ ਸਾਰਿਆਂ ਨੂੰ, ਇਸ ਬਟਵਾਲ ਬਰਾਦਰੀ ਨੂੰ ਤੇ ਪੰਜਾਬੀ ਗਾਇਕ ਜਿੰਨੇ ਵੀ ਫਨਕਾਰ ਹੈ ਉਹਨਾਂ ਨੂੰ ਮੈਂ ਅੱਜ ਦੇ ਇਸ ਵਰਸੀ ਤੇ ਵਧਾਈ ਦਿੰਦਾ ਕਿ ਤੁਸੀਂ ਆਪਣੇ ਕੌਮ ਦੇ, ਆਪਣੇ ਵਿਰਸੇ ਦੇ ਮਹਾਨ ਗਾਇਕ ਨੂੰ ਯਾਦ ਰੱਖ ਕੇ ਉਹਨੂੰ ਨਮਸਤਕ ਹੋਣ ਲਈ ਇਕੱਠੇ ਹੋਏ ਆ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਸੁਰੇਸ਼ ਜਮਲਾ, ਪੋਤਰਾ ਉਸਤਾਦ ਸ਼੍ਰੀ ਲਾਲ ਚੰਦ ਜਮਲਾ ਜੱਟ। ਅੱਜ ਮੇਰੇ ਦਾਦਾ ਜੀ ਉਸਤਾਦ ਸ਼੍ਰੀ ਲਾਲ ਚੰਦ ਜਮਲਾ ਜੱਟ ਤੂੰਬੀ ਦੇ ਜਨਮਦਾਤਾ, ਜਿਨ੍ਹਾਂ ਦੀ ਅਸੀਂ 31ਵੀਂ ਬਰਸੀ ਮਨਾਉਣ ਜਾ ਰਹੇ ਹਾਂ। ਔਰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ, ਉਹਨਾਂ ਦੇ ਵਾਈਫ ਮਮਤਾ ਆਸ਼ੂ ਜੀ, ਜੋ ਕਿ ਇਸ ਇਲਾਕੇ ਨੂੰ ਬੜਾ ਪਿਆਰ ਕਰਦੇ ਨੇ, ਉਹਨਾਂ ਨੂੰ ਅਸੀਂ ਇੱਕ ਮੈਮੋਰੰਡਮ ਦੇਣ ਜਾ ਰਹੇ ਹਾਂ। ਔਰ ਬਟਵਾਲ ਬਰਾਦਰੀ ਵੱਲੋਂ ਉਹਨਾਂ ਨੂੰ ਬੇਨਤੀ ਕਰਨ ਜਾ ਰਹੇ ਹਾਂ, ਵਿਰਾਸਤ ਸੱਭਿਆਚਾਰਕ ਮੰਚ ਵੱਲੋਂ ਬੇਨਤੀ ਕਰਨ ਜਾ ਰਹੇ ਹਾਂ ਕਿ ਜੋ ਉਸਤਾਦ ਲਾਲ ਚੰਦ ਜਮਲਾ ਜੱਟ ਪਾਰਕ ਹੈ, ਉਹਦੇ ਵਿੱਚ ਇੱਕ ਲਾਇਬ੍ਰੇਰੀ ਬਣਾਈ ਜਾਵੇ ਜਿਸ ਦਾ ਨਾਮ ਲਾਲ ਚੰਦ ਜਮਲੇ ਜੱਟ ਦੇ ਨਾਂ 'ਤੇ ਹੋਵੇ। ਜੋ ਚੈਸਟ ਕਲੀਨਿਕ ਇੱਕ ਬਣਾਇਆ ਜਾ ਰਿਹਾ ਹੈ, ਉਹ ਉਸਤਾਦ ਲਾਲ ਚੰਦ ਜਮਲੇ ਜੱਟ ਦੇ ਨਾਂ 'ਤੇ ਉਸਾਰਿਆ ਜਾਵੇ। ਇੰਨੇ ਸ਼ਬਦ ਕਹਿੰਦਾ ਤੁਹਾਡੇ ਤੋਂ ਕਿਵੇਂ ਦਾ ਜੱਜ ਕਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਰਾਏਕੋਟ ਦੇ ਸ਼ਹੀਦ ਭਗਤ ਸਿੰਘ ਕਮਿਊਨਿਟੀ ਸੈਂਟਰ ਦੇ ਵਿੱਚ ਸਪੋਰਟਸ ਕਲੱਬ ਦੇ ਵੱਲੋਂ 5ਵੀਂ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਸੰਸਦ ਡਾਕਟਰ ਅਮਰ ਸਿੰਘ ਅਤੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਚੈਂਪੀਅਨਸ਼ਿਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬਾਡੀ ਬਿਲਡਰਾਂ ਸਣੇ ਮਹਿਲਾ ਬਾਡੀ ਬਿਲਡਰਾਂ ਨੇ ਵੀ ਭਾਗ ਲਿਆ। ਖਾਸ ਗੱਲ ਇਹ ਰਹੀ ਹੈ ਕਿ 3 ਸਾਲਾਂ ਤੋਂ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਇੱਕ ਨੌਜਵਾਨ ਨੇ ਨਸ਼ੇ ਨੂੰ ਛੱਡ ਕੇ ਇਸ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲਿਆ ਤੇ ਮਿਸਾਲ ਕਾਇਮ ਕੀਤੀ ਹੈ। ਦੱਸ ਦਈਏ ਕਿ ਜੇਤੂਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ 5 ਲੱਖ ਰੁਪਏ ਦੇ ਨਗਦ ਇਨਾਮ ਤਕਸੀਮ ਕੀਤੇ ਗਏ ਨੇ। ਤੇ ਅੱਜ ਸਾਡਾ ਜਿਹੜਾ ਕੈਵੀ ਕਲਾਸਿਕ 5ਵਾਂ ਬੋਡੀ ਬਿਲਡਿੰਗ, ਜੋ ਕਿ ਕੈਵੀ ਵੀਰ ਸਾਡਾ ਬਹੁਤ ਪ੍ਰੈਜ਼ੀਡੈਂਟ ਵੀ ਇਸ ਸਪੋਰਟਸ ਕਲੱਬ ਦਾ ਬਹੁਤ ਸੋਹਣੇ ਕੰਪੀਟੀਸ਼ਨ ਕਰਾਉਂਦਾ ਹਮੇਸ਼ਾ, ਤੇ ਇਸਨੇ ਅੱਜ ਬਹੁਤ ਵਧੀਆ ਕੰਪੀਟੀਸ਼ਨ ਕਰਾਇਆ, ਜਿਹਦੇ ਵਿੱਚ ਓਵਰਆਲ ਨੂੰ ਮੋਟਰਸਾਈਕਲ ਇੱਕ ਬਹੁਤ ਵੱਡਾ ਇਨਾਮ ਹੈ। 60-70 ਹਜ਼ਾਰ ਰੁਪਏ ਦਾ ਓਵਰਆਲ ਪ੍ਰਾਈਜ਼ ਹੈ ਤੇ 1.5 ਲੱਖ ਰੁਪਏ ਜਦੋਂ ਕੈਟਾਗਰੀ ਦੇ ਵਿੱਚ ਇਹਨਾਂ ਨੇ ਅੱਜ ਬੱਚਿਆਂ ਨੂੰ ਦਿੱਤਾ ਹੈ, ਜੋ ਅੱਜ ਜਿੱਤ ਕੇ ਜਿਹਦੇ ਵਿੱਚ ਫਸਟ ਆਏ। ਉਸ ਤੋਂ ਇਲਾਵਾ ਉਹ ਸਿਲੈਕਸ਼ਨ ਕਰਾ ਕੇ ਗਏ ਹੈ, ਜੋ ਕਿ ਸਾਡਾ ਖੰਮਮ ਦੇ ਵਿੱਚ ਜੋ ਕਿ ਕੰਪੀਟੀਸ਼ਨ ਨੈਸ਼ਨਲ ਹੋ ਰਿਹਾ, ਉਹਦੇ ਵਿੱਚ ਉਹ ਹਿੱਸਾ ਲੈਣਗੇ। ਤੇ ਸਾਡੇ ਚੀਫ ਗੈਸਟ ਜੋ ਅੱਜ ਸੀਗੇ ਗੁਰਵਿੰਦਰ ਸਿੰਘ DSP ਸਰ, ਔਰ ਸਾਡੇ ਪੰਜਾਬੀ ਐਮਚਰ ਬੋਡੀ ਬਿਲਡਿੰਗ ਦੇ ਉਹ ਸਾਡੇ ਚੇਅਰਮੈਨ ਵੀ ਹੈ, ਉਹ ਅੱਜ ਸਾਰੀ ਦਿਹਾੜੀ ਸਾਡੇ ਨਾਲ ਰਹੇ। ਬਹੁਤ ਖੁਸ਼ੀ ਦੀ ਗੱਲ ਸੀਗੀ ਕਿ ਸਪੋਰਟਸ ਨੂੰ ਇੱਕ ਜਦੋਂ ਇੱਦਾਂ ਦੀ ਸਪੋਰਟ ਮਿਲਦੀ ਹੈ, ਜਦੋਂ ਸਾਡੇ ਮਹਿਕਮੇ ਦੇ ਸਾਡੇ ਨਾਲ ਖੜਦੇ ਤਾਂ ਸਾਨੂੰ ਹੋਰ ਵੀ ਸਪੋਰਟਸ ਨੂੰ ਅਸੀਂ ਉੱਚੇ ਲੈਵਲ ਤੇ ਲੈ ਕੇ ਜਾਵਾਂਗੇ। ਜੇ ਸਾਡੇ ਭਰਾ ਕੈਵੀ ਵਰਮਾ ਹੈ ਜਿਹੜਾ ਇਹਨੇ ਇੰਨਾ ਵਧੀਆ ਕੰਪੀਟੀਸ਼ਨ ਕਰਾਇਆ, ਅੱਗੇ ਵੀ ਅਸੀਂ ਇਹਦੇ ਤੋਂ ਉਮੀਦ ਕਰਦੇ ਹਾਂ ਕਿ ਇਹ ਬਹੁਤ ਵੱਡਾ ਕੰਪੀਟੀਸ਼ਨ ਜਲਦੀ ਲਊਗਾ ਇੱਥੇ ਰਾਏਕੋਟ ਦੇ ਵਿੱਚ, ਤੇ ਇਹਨੂੰ ਅਸੀਂ ਕੰਗ੍ਰੈਚੁਲੇਸ਼ਨ ਕਰਦੇ ਹਾਂ। ਅੱਜ ਰਾਏਕੋਟ ਵਿਖੇ 5ਵਾਂ ਕੈਵੀ ਕਲਾਸਿਕ ਬਾਡੀ ਬਿਲਡਿੰਗ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਬਾਡੀ ਬਿਲਡਿੰਗ ਮੁਕਾਬਲੇ ਦੇ ਵਿੱਚ ਦੂਰੋਂ ਨੌਜਵਾਨਾਂ ਸਮੇਤ ਔਰਤ ਬਾਡੀ ਬਿਲਡਰਾਂ ਨੇ ਵੀ ਹਿੱਸਾ ਲਿਆ ਹੈ। ਇਸ ਤੋਂ ਜੇਤੂ ਕਰਾਰਾਂ ਨੂੰ ਚੁਣੇ ਗਏ ਨੌਜਵਾਨ ਅਤੇ ਔਰਤ ਬਾਡੀ ਬਿਲਡਿੰਗ ਦੇ ਵਿੱਚ ਚੁਣੇ ਗਈਆਂ ਔਰਤਾਂ ਨੂੰ ਨੈਸ਼ਨਲ ਪੱਧਰ ਦੇ ਵਿੱਚ ਖੇਡਣ ਦਾ ਮੌਕਾ ਮਿਲੇਗਾ। ਇਸ ਉਦਘਾਟਨ ਦੇ ਵਿੱਚ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ, ਹਲਕਾ ਇੰਚਾਰਜ ਕਾਮਿਲ ਬੋਪਾ ਰਾਏ, DSP ਗੁਰਵਿੰਦਰ ਸਿੰਘ, ਚੇਅਰਮੈਨ ਪੰਜਾਬੀ ਐਮੇਚਰ ਬਾਡੀ ਬਿਲਡਿੰਗ, ਤੇ ਮੇਰਾ ਵੱਡਾ ਵੀਰ ਕਾਲਾ ਪਰਮਿੰਦਰ ਸਿੰਘ ਕਾਲਾ ਕੰਟਰੀ ਜਿਮ, ਤੇ ਹੋਰ ਵੱਡੀ ਗਿਣਤੀ ਦੇ ਵਿੱਚ ਵੱਧ ਚੜ੍ਹ ਕੇ ਲੋਕਾਂ ਨੇ ਹਾਜ਼ਰੀ ਭਰੀ। ਉਧਰ ਲੁਧਿਆਣਾ ਦੇ ਇਸਲਾਮਗੰਜ ਚੌਂਕ ਦੇ ਵਿੱਚ ਪੀਰ ਬਾਬਾ ਗੁਲਚਮਨ ਸ਼ਾਹ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਲੈ ਕੇ ਕਾਫੀ ਰੌਣਕਾਂ ਦੇਖਣ ਨੂੰ ਮਿਲੀਆਂ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ। ਇਸ ਮੌਕੇ ਦੇਸ਼ ਭਰ ਚੋਂ ਆਏ ਗਾਇਕਾਂ ਅਤੇ ਕਵਾਲਾਂ ਨੇ ਵੀ ਹਾਜ਼ਰੀਆਂ ਭਰੀਆਂ। ਪੀਰ ਬਾਬਾ ਗੁਲਚਮਨ ਸ਼ਾਹ ਜੀ ਸਰਕਾਰ ਜੀ ਦਾ ਧਾਰਮਿਕ ਜੋੜ ਮੇਲਾ ਅੱਜ ਇਕਬਾਲਗੰਜ ਚੌਂਕ ਦੇ ਨਜ਼ਦੀਕ ਕਰਵਾਇਆ ਗਿਆ ਹੈ, ਜਿਸ ਦੇ ਵਿੱਚ ਹਜ਼ਾਰਾਂ ਹੀ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਬਾਬਾ ਗੁਲਚਮਨ ਸ਼ਾਹ ਜੀ ਦਾ ਆਸ਼ੀਰਵਾਦ ਲਿਆ। ਜਿੱਥੇ ਉਹਨਾਂ ਨੇ ਆਸ਼ੀਰਵਾਦ ਲਿਆ, ਉੱਥੇ ਮੈਂ ਦੱਸਣਾ ਚਾਹੁੰਦਾ, ਇੱਥੇ ਪੰਜਾਬ ਹੀ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੀਆਂ ਖੂਬਸੂਰਤ ਆਵਾਜ਼ਾਂ ਜੋ ਉਹਨਾਂ ਪੰਜਾਬੀ ਸਿੰਗਰ ਔਰ ਕਵਾਲਾਂ ਨੇ ਆ ਕੇ ਆਪਣੀ ਹਾਜ਼ਰੀ ਲਗਾਈ ਹੈ ਔਰ ਬਾਬਾ ਜੀ ਨੂੰ ਮਨਾਇਆ ਹੈ। ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਸਾਰੇ ਹੀ ਲੁਧਿਆਣਾ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਇੱਕੋ ਹੀ ਗੱਲ ਕਹਾਂਗਾ, ਜਿੱਦਾਂ ਕਿ ਸਾਡੇ ਦੇਸ਼ ਦੀ ਸੰਸਕ੍ਰਿਤੀ ਹੈ
ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਹੀ ਅਸੀਂ ਹਾਂ ਭਾਈ ਭਾਈ। ਆਪਣੇ ਦੇਸ਼ ਦੇ ਜੋ ਸੰਸਕ੍ਰਿਤੀ ਦੇ ਹਿਸਾਬ ਦੇ ਨਾਲ ਜਿੰਨੇ ਵੀ ਤਿਉਹਾਰ ਹੈ ਉਹ ਅਸੀਂ ਸਾਰੇ ਹੀ ਰਲ ਮਿਲ ਕੇ ਮਨਾਉਂਦੇ ਹਾਂ। ਇੰਨਾ ਹੀ ਕਹਿੰਦਾ ਹੋਇਆ ਮੈਂ ਇੱਕ ਵਾਰੀ ਫਿਰ ਤੋਂ ਇਸ ਮੇਲੇ ਦੀਆਂ ਸਾਈਂ ਅਰੁਣ ਸਾਈਂ ਜੀ ਔਰ ਸਾਰੇ ਹੀ ਦੋਸਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਤੇ ਸਾਰੀਆਂ ਸੰਗਤਾਂ ਬਹੁਤ ਹੀ ਖੁਸ਼ ਨੇ ਤੇ ਬਹੁਤ ਹੀ ਸ਼ੁਕਰ ਕਰਦੇ ਹਾਂ ਅਸੀਂ ਬਾਬਾ ਜੀ ਦਾ ਕਿ ਇਹ ਦਿਨ ਅਸੀਂ ਸਾਰੇ ਇਕੱਠੇ ਰਲ ਕੇ ਇਸ ਦਿਨ ਨੂੰ ਮਨਾਉਂਦੇ ਹਾਂ ਤੇ ਬਹੁਤ ਬਹੁਤ ਧੰਨਵਾਦ। ਕਿਹੜੀ ਜਗ੍ਹਾ ਮਨਾਇਆ ਜਾ ਰਿਹਾ ਹੈ? ਹਾਂਜੀ, ਇਹ 3 ਨੰਬਰ ਡਿਵੀਜ਼ਨ ਦੇ ਨੇੜੇ ਗੁਲਚਮਨ ਗਲੀ, ਬਾਬਾ ਗੁਲਚਮਨ ਸ਼ਾਹ ਔਰ ਸੱਚੇ ਦਰਬਾਰ ਕੀ ਤੇ ਰੁਕ ਕਰਦੇ ਹਾਂ ਸਮਰਾਲਾ ਦੇ ਵੱਲ। ਸਮਰਾਲਾ ਦੇ ਪਿੰਡ ਕੁਲਾਲ ਤੋਂ ਇੱਕ ਖਬਰ ਸਾਹਮਣੇ ਆਈ ਜਿੱਥੇ ਵਿਕਦੇ ਨਸ਼ੇ ਤੋਂ ਲੋਕ ਇਸ ਕਦਰ ਪਰੇਸ਼ਾਨ ਹੋ ਚੁੱਕੇ ਨੇ ਕਿ ਲੋਕਾਂ ਵੱਲੋਂ ਹੁਣ ਖੁਦ ਹੀ ਮੋਰਚਾ ਸੰਭਾਲਿਆ ਗਿਆ ਤੇ 3 ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਾਬੂ ਕੀਤਾ ਗਿਆ। ਇਸ ਸੰਬੰਧੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 3 ਵਿਅਕਤੀਆਂ ਨੂੰ ਫੜ ਕੇ ਸਬਕ ਸਿਖਾਇਆ ਗਿਆ ਜੋ ਬਾਹਰੋਂ ਨਸ਼ਾ ਲੈਣ ਆਏ ਸੀ। ਇਹ ਤਿੰਨੋਂ ਵਿਅਕਤੀ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤੇ ਗਏ ਨੇ। ਇਹ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ। ਇਹ ਸਾਡੇ ਨਾ ਪਿਛਲੇ 3-4 ਸਾਲਾਂ ਤੋਂ ਲਗਾਤਾਰ ਹੀ ਪਿੰਡ ਦੇ ਵਿੱਚ ਜਿਹੜੀ ਚਿੱਟੇ ਦੀ ਤਸਕਰੀ ਹੈ ਉਹ ਪੂਰੇ ਹਾਈ ਲੈਵਲ ਤੇ ਹੋ ਰਹੀ ਹੈ ਤੇ ਉਹਦੇ ਵਿੱਚ ਅਸੀਂ ਪਹਿਲਾਂ ਤਾਂ ਕਹਿ ਕੇ ਸਰਕਾਰ ਤੱਕ ਅਪਰੋਚ ਕੀਤੀ, ਪ੍ਰਸ਼ਾਸਨ ਤੱਕ, ਚਲੋ ਸਾਨੂੰ ਕੋਈ ਉਹ ਰਿਸਪੌਂਸ ਨਹੀਂ ਮਿਲਿਆ। ਫਿਰ ਅਸੀਂ ਆਪਣੇ ਪੱਧਰ ਤੇ ਕੱਲ੍ਹ ਦੀ ਕਾਰਵਾਈ ਸ਼ੁਰੂ ਕਰੀ ਆ ਵੀ ਇਹਨਾਂ ਨੂੰ ਠੱਲ ਪਾਈ ਜਾਵੇ। ਹੁਣ ਜਿਹੜੇ ਬਾਹਰਲੇ ਪਿੰਡਾਂ ਦੇ ਆਉਂਦੇ ਨੇ ਲੋਕ ਜਿੰਨੇ ਵੀ ਚਿੱਟਾ ਲੈਣ, ਸਾਡੇ ਪਿੰਡ ਸਨੀ ਹੈ ਜੀ ਮੁੰਡਾ ਰਾਗੀ ਹਿੰਮਤ ਸਿੰਘ ਦਾ ਤੇ ਉਹ ਵੇਚਦਾ, ਉਹਦੇ ਕੋਲ ਜਿਹੜਾ ਵੀ ਕੋਈ ਬਾਹਰੋਂ ਲੈਣ ਆਉਂਦਾ ਸੀ ਪਹਿਲਾਂ ਰਾਤ ਫੜੇ ਸਾਰੇ ਪਿੰਡ ਦੇ ਇਕੱਠੇ ਹੋ ਕੇ ਸਾਰੇ ਮੁੰਡਿਆਂ ਨੇ। ਤੇ ਦਿੱਲੀ ਪਬਲਿਕ ਸਕੂਲ ਦੀ ਵੈਨ ਸੀਗੀ, ਉਹਦੇ ਡਰਾਈਵਰ ਚਿੱਟਾ ਲੈਣ ਆਏ ਸੀ, ਉਹਨਾਂ ਦੇ ਕੋਲੋਂ ਚਿੱਟਾ ਵੀ ਫੜਿਆ, ਆਹ ਡਰਾਈਵਰ ਵੀ ਫੜੇ। ਹਨੇਰਾ ਹੋਣ ਕਰਕੇ ਚਲੋ ਉਹ 2 ਬੰਦੇ ਨਿਕਲ ਗਏ ਪਰ ਪੁਲਿਸ ਨੇ ਆਪਣੀ ਜਿਹੜੀ ਕਾਰਵਾਈ ਸੀ ਉਹਨਾਂ ਨੂੰ ਅਸੀਂ ਸਾਰਾ ਕੁਝ ਲਿਖਾਤਾ। ਅੱਜ ਸਵੇਰੇ ਸਾਜਰੇ 7 ਵਜੇ ਫੇਰ ਆ ਗਏ 3 ਬੰਦੇ ਚਿੱਟਾ ਲੈਣ, ਉਹ ਅਸੀਂ ਫੇਰ ਉੱਥੇ ਐਟ ਏ ਟਾਈਮ ਰੰਗੇ ਹੱਥੀ ਫੜੇ ਤੇ ਉਹ ਪੁਲਿਸ ਨੇ ਫੜ ਲਿਆ 3 ਬੰਦੇ। ਔਰ ਸਾਡੀ ਮੰਗ ਆ ਵੀ ਉਹ ਬੰਦੇ ਦੇ ਕਾਰਵਾਈ ਹੋਣੀ ਚਾਹੀਦੀ ਹੈ, ਕਾਰਵਾਈ ਵੀ ਪੱਕੀ ਹੋਣੀ ਚਾਹੀਦੀ ਹੈ। ਇਹ ਨਹੀਂ ਹੈਗਾ ਵੀ 10 ਦਿਨ 15 ਦਿਨ ਅੰਦਰ ਰਹੇ। ਉਹ ਭੱਜ ਗਏ, ਉਹਨਾਂ ਤੋਂ ਸਮਾਨ ਬਰਾਮਦ ਕਰ ਲਿਆ ਸੀ। ਜਿਹੜੀ ਸਕੂਲ ਬੱਸ ਸੀਗੀ ਆਪਣਾ DPS ਦਿੱਲੀ ਪਬਲਿਕ ਸਕੂਲ ਦੀ ਬੱਸ ਸੀਗੀ ਤੇ ਅੱਜ ਅਸੀਂ ਸਵੇਰੇ 1 ਬੰਦੇ ਫੜੇ, ਉਹ ਅਸੀਂ ਫੜਾਤੇ, ਮੁਲਾਜ਼ਮਾਂ ਨੂੰ ਫੜਾਤੇ ਤੇ ਉਹਦੇ ਬਾਅਦ ਜੋ ਵੀ ਮਸਲਾ ਚੱਲਿਆ, ਠੀਕ ਆ, ਗੱਲਬਾਤ ਹੋਈ, ਉਹਦੇ ਬਾਅਦ ਹੁਣ ਉਹ ਸਾਨੂੰ ਗਾਲਾਂ ਕੱਢਦਾ ਸੀਗਾ, ਗਾਲਾਂ ਕੱਢ ਕੇ ਧਮਕੀ ਦਿੱਤੀ ਆ ਮੈਨੂੰ ਖੁਦ ਮਾਰਨ ਦੀ। ਉਹਦੇ ਬੰਦੇ ਨੂੰ ਧਮਕੀ ਆ ਗਈ ਆ, ਕਹਿੰਦਾ ਵੀ ਹਾਂ ਇਹਨੂੰ ਅਸੀਂ ਮਾਰਨਾ। ਕਿਉਂ ਅਸੀਂ ਪਿੰਡ ਦਿਆਂ ਨੇ ਵਿਰੋਧ ਕੀਤਾ, ਇਸ ਕਰਕੇ ਸਾਨੂੰ ਮਾਰਨਗੇ। ਅਸੀਂ ਪਿੰਡ ਦੇ ਆਪਣੇ ਪਿੰਡ 'ਚ ਚਿੱਟਾ ਨਹੀਂ ਵਿਕਣ ਦੇਣਾ ਹੈਗਾ। ਇਹ ਜੋ ਕਲਾਲ ਪਿੰਡ ਹੈ, ਸਬ ਡਿਵੀਜ਼ਨ ਸਮਰਾਲੇ ਦਾ ਪਿੰਡ ਹੈਗਾ, ਉੱਥੇ DSP ਸਮਰਾਲਾ ਸਾਹਿਬ ਦੀ ਅਸੀਂ ਡਿਊਟੀ ਲਾਈ ਹੈ ਇਸ ਮਸਲੇ ਸੰਬੰਧਿਤ। ਜੋ ਮੁੱਢਲੀ ਇਨਫੋਰਮੇਸ਼ਨ ਮਿਲੀ ਹੈ ਵੀ ਕੋਈ 3 ਬੰਦੇ ਉੱਥੇ ਸੀਗੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਨਸ਼ਾ ਲੈਣ ਆਏ ਸੀ। ਉੱਥੇ ਬਾਅਦ ਕੋਈ ਆਪਸ ਪਿੰਡ ਵਾਲਿਆਂ ਦਾ ਉਹਨਾਂ ਨਾਲ ਗਾਲੀ ਗਲੋਚ ਜੋ ਹੋਇਆ ਹੈਗਾ, ਉਸ ਸੰਬੰਧੀ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ ਵੀ ਵਾਕਈ ਉੱਥੇ ਕਿਹੜਾ ਬੰਦਾ ਨਸ਼ਾ ਵੇਚਦਾ, ਕੌਣ ਲੈਣ ਆਏ ਸੀ। ਸਾਰੀ ਗੱਲ ਨੂੰ ਵੈਰੀਫਾਈ ਕਰਕੇ ਜੋ ਕਾਨੂੰਨੀ ਕਾਰਵਾਈ ਹੈ ਉਹਦੇ ਮੁਤਾਬਕ ਕਾਨੂੰਨੀ ਪ੍ਰਕਿਰਿਆ ਤਹਿਤ ਜਿਹੜੀ ਕਾਰਵਾਈ ਬਣੂਗੀ ਅਸੀਂ ਕਰਕੇ ਜਲਦੀ ਅੱਜ ਦੀ ਰਿਪੋਰਟ ਫਾਈਨਲ ਕਰਾਂਗੇ। ਤੇ ਬੁਲਟਨ ਦੇ ਆਖਰ 'ਚ ਜਾਂਦੇ ਇੱਕ ਨਜ਼ਰ ਪਾਉਂਦੇ ਆ ਹੈਡਲਾਈਨਸ ਦੇ ਉੱਤੇ। ਲੁਧਿਆਣਾ ਪੁਲਿਸ ਕਮਿਸ਼ਨਰ ਨਾਲ ਮਿਲਿਆ ਅਕਾਲੀ ਦਲ ਦਾ ਵਫਦ, ਵਿਧਾਇਕ ਬੈਂਸ ਦੀ ਗ੍ਰਿਫਤਾਰੀ ਦਾ ਚੁੱਕਿਆ ਮਾਮਲਾ, ਦਿਲਰੋਜ਼ ਕਾਂਡ 'ਚ ਚਲਾਨ ਪੇਸ਼ ਕਰਨ ਦੀ ਵੀ ਕੀਤੀ ਮੰਗ। ਕਿਸਾਨਾਂ ਵੱਲੋਂ DC ਦਫ਼ਤਰਾਂ ਦਾ ਘਿਰਾਓ ਜਾਰੀ, 20 ਤੋਂ 24 ਦਸੰਬਰ ਤੱਕ ਧਰਨੇ ਲਾਉਣ ਦਾ ਕੀਤਾ ਐਲਾਨ। ਸੂਬਾ ਕਮੇਟੀ ਦੇ ਐਲਾਨ ਤੇ ਹੋ ਸਕਦੀ ਹੈ ਕਾਰਵਾਈ। ਸੜਕ ਹਾਦਸੇ 'ਚ 2 ਸਕੇ ਭਰਾਵਾਂ ਦੀ ਮੌਤ, ਮਾਛੀਵਾੜਾ ਤੇ ਕੋਹਾੜਾ ਰੋਡ ਤੇ ਵਾਪਰਿਆ ਹਾਦਸਾ। ਸਕੂਲੀ ਵੈਨ ਦੀ ਮੋਟਰਸਾਈਕਲ ਨਾਲ ਹੋਈ ਜ਼ਬਰਦਸਤ ਟੱਕਰ, ਕੰਮ ਤੋਂ ਵਾਪਸ ਆ ਰਹੇ ਸੀ ਦੋਵੇਂ ਭਰਾ। ਲੁਧਿਆਣਾ ਸੈਂਟਰਲ ਜੇਲ੍ਹ ਦੇ ਕੈਦੀਆਂ ਨੂੰ ਮਿਲੀ ਸੌਗਾਤ, ਜੇਲ੍ਹ ਅੰਦਰ ਰੇਡੀਓ ਸਟੇਸ਼ਨ ਦਾ ਕੀਤਾ ਗਿਆ ਉਦਘਾਟਨ। ਮੌਕੇ ਤੇ ਖਾਸ ਤੌਰ ਤੇ ਪਹੁੰਚੇ ADGP ਜੇਲ੍ਹ PK ਸਿਨਹਾ, ਕਿਹਾ ਕੈਦੀਆਂ ਵੱਲੋਂ ਹੀ ਚਲਾਇਆ ਜਾਵੇਗਾ ਇਹ ਰੇਡੀਓ ਸਟੇਸ਼ਨ। ਰਾਏਕੋਟ ਵਿਖੇ 5ਵੀਂ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦਾ ਆਯੋਜਨ, ਇੱਕ ਨੌਜਵਾਨ ਨੇ ਨਸ਼ੇ ਨੂੰ ਹਮੇਸ਼ਾ ਲਈ ਛੱਡ ਕੇ ਚੈਂਪੀਅਨਸ਼ਿਪ 'ਚ ਲਿਆ ਭਾਗ। ਜੇਤੂਆਂ ਨੂੰ 5 ਲੱਖ ਦੀ ਇਨਾਮੀ ਰਾਸ਼ੀ ਨਾਲ ਕੀਤਾ ਗਿਆ ਸਨਮਾਨਿਤ। ਤੇ ਪੀਰ ਬਾਬਾ ਗੁਲਚਮਨ ਸ਼ਾਹ ਸਰਕਾਰ
ਸਾਲਾਨਾ ਮੇਲੇ ਦਾ ਆਯੋਜਨ। ਇਕਬਾਲਗੰਜ ਚੌਂਕ 'ਚ ਮੇਲੇ ਦਾ ਇੰਤਜ਼ਾਮ। ਵੱਡੀ ਗਿਣਤੀ 'ਚ ਪਹੁੰਚੇ ਸ਼ਰਧਾਲੂ। ਦੇਸ਼ ਭਰ 'ਚੋਂ ਗਾਇਕਾਂ ਤੇ ਕਵਾਲਾਂ ਨੇ ਵੀ ਲਵਾਈ ਹਾਜ਼ਰੀ। ਤੇ ਫਿਲਹਾਲ ਲੁਧਿਆਣਾ ਖਬਰਨਾਮਾ ਦੇ ਵਿੱਚ ਇੰਨਾ ਹੀ। ਲਗਾਤਾਰ ਬਣੇ ਰਹੋ। ਧੰਨਵਾਦ।